ਉੱਲਾ ਪੜਦਾ ਲੁਕ ਲੁਕਾ ਸਾਤੋਂ ਹੋਣੇ ਨਹੀਂ। ਕਿ ਲੰਮੇ ਸਮੇਂ ਤੋਂ ਜਦੋਂ ਤੋਂ ਕੋਵਿਡ-19 ਦੀ ਗੱਲ ਚੱਲਦੀ ਹੈ, ਸਿੱਖਾਂ ਨੂੰ ਹੀ ਨਿਸ਼ਾਨਾ ਬਣਾਇਆ ਗਿਆ। ਹੁਣ ਮਸ਼ੀਨ ਤੇ ਆ ਗਈ, ਮਸ਼ੀਨ ਦੇ ਵਿੱਚ ਕੀ ਪਾਉਣਾ ਹੈ? ਉਹ ਜਿਵੇਂ ਤੁਸੀਂ ਸੈਨੀਟਾਈਜ਼ ਕਰਦੇ ਹੋ, ਕਿਹੜੀ ਐਸੀ ਮੈਡੀਸਨ ਪਾਉਂਦੇ ਹੋ ਜਾਂ ਉਹ ਕਿੰਨਾ ਵੱਲੋਂ ਅਪਰੂਵਡ ਆ? ਸਾਡੀ ਸਪਰੇ ਐਪਲੀਕੇਸ਼ਨ ਟੈਕਨੋਲੋਜੀ ਹੈ ਨਾ ਜੀ, ਉਹ ਆਪਣੇ ਹਿੰਦੁਸਤਾਨ 'ਚ ਬਹੁਤ ਜ਼ਿਆਦਾ ਪੂਅਰ ਆ। ਮੈਂ ਕਿਉਂ ਮੇਰੇ ਦਿਮਾਗ 'ਚ ਜੋ ਫੁਰਨਾ ਜਾਂ ਜੋ ਮੇਰੇ ਸੋਚ ਮੇਰੇ ਦਿਮਾਗ 'ਚ ਗੁਰੂ ਮਹਾਰਾਜ ਨੇ ਪਾਈ ਵੀ ਮੈਂ ਇਹੀ ਮਸ਼ੀਨ ਕਿਉਂ ਦਿੱਤੀ, ਕਿਉਂਕਿ ਇਹ ਤਾਂ ਮੇਰੀ ਮਸ਼ੀਨ ਬਾਹਰ ਜਾਣੀ ਸੀ। ਮੇਰੇ ਕੋਲ ਇਹ ਤੋਂ ਇਲਾਵਾ ਹੋਰ ਮਸ਼ੀਨਾਂ ਬਹੁਤ ਖੜੀਆਂ ਸੀਗੀਆਂ। ਪਰ ਇਹ ਗੱਲਾਂ ਕਿਸਾਨਾਂ ਨੂੰ ਤੁਸੀਂ ਕਿਉਂ ਨਹੀਂ ਦੱਸਦੇ ਜੀ, ਜਿਹੜੀਆਂ ਮੇਰੇ ਕੋਲ ਸਟੂਡੀਓ 'ਚ ਦੱਸ ਰਹੇ ਹੋ? ਕੋਈ ਚੀਜ਼ ਅਗਰ ਕੋਈ ਬੰਦਾ ਖਰੀਦ ਰਿਹਾ ਵੀ ਉਹ ਕਿਉਂ ਖਰੀਦੇ, ਚਾਹੇ ਐਸਾ ਹੈ ਕੀ ਚੀਜ਼। ਬੰਦਾ ਕਹਿੰਦਾ ਸੋਹਣੀ ਚੀਜ਼ ਆ, ਘਰੇ ਲੈ ਚੱਲੀਏ। ਘਰੇ ਤੁਸੀਂ ਲੈ ਕੇ ਜਾਓ, ਜਾ ਕੇ ਚੱਲੇ ਨਾ ਤਾਂ ਫਿਰ ਉਹਦੇ ਵਿੱਚ ਕੀ ਹੋਊਗਾ? ਅਗਲਾ ਕਹੂਗਾ, ਦੋ ਗਾਲਾਂ ਹੀ ਕੱਢੂਗਾ ਬੰਦਾ। ਕਹਿਣ ਦਾ ਭਾਵ ਕੀ ਆ ਵੀ ਉਹਦੇ ਵਿੱਚ ਲਿਆਕਤ ਤੇ ਅਕਲ ਵੀ ਹੋਣੀ ਜ਼ਰੂਰੀ ਆ। ਚਾਹੀਦਾ ਸੀ ਉਹਦੇ ਪੱਤਿਆਂ ਦੇ ਉੱਪਰ, ਬਿਲਕੁਲ, ਤੇ ਉਹ ਅਸੀਂ ਭੇਜ ਦਿੱਤਾ ਜ਼ਮੀਨ ਦੇ ਅੰਦਰ। ਤੁਹਾਨੂੰ ਕੀ ਲੱਗਦਾ ਪਿਆ ਵੀ ਇੱਥੇ ਵੀ ਤੁਹਾਡੀ ਟੈਕਨੋਲੋਜੀ ਕੰਮ ਕਰਦੀ ਹੈ? ਕਰੋਨਾ ਮਰੇ ਚਾਹੇ ਨਾ ਮਰੇ, ਵਹਿਮ ਤਾਂ ਜ਼ਰੂਰ ਮਰ ਗਿਆ। ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪ੍ਰੀਤ ਸਿੰਘ ਮੱਖੂ ਵੱਲੋਂ ਤਹਿ ਦਿਲੋਂ ਸਵਾਗਤ ਕੀਤਾ ਜਾਂਦਾ। ਦੋਸਤੋ, ਜਿਵੇਂ ਤੁਹਾਨੂੰ ਪਤਾ ਹੈ ਕਿ ਕਿਸੇ ਨਾ ਕਿਸੇ ਸ਼ਖਸੀਅਤ ਨੂੰ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਬੜੀ ਜਲਦੀ ਹਾਜ਼ਰ ਹੋ ਜਾਣਾ ਮੈਂ। ਅੱਜ ਜਿਸ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਕਰਨ ਜਾ ਰਿਹਾ ਮੈਂ, ਸ਼ਾਇਦ ਇਹਨਾਂ ਦੇ ਬਾਰੇ ਤੁਸੀਂ ਅਕਾਲ ਚੈਨਲ ਤੇ ਅੱਗੇ ਵੀ ਸੁਣ ਚੁੱਕੇ ਹੋਵੋਗੇ, ਕਿਉਂਕਿ ਅਕਸਰ ਹੀ ਅਸੀਂ ਸੁਣਦੇ ਆਏ ਸਾਂ ਵੀ 1 ਤੇ 1 11 ਬਣਦੇ ਨੇ, ਪਰ ਜੇ ਕਾਊਂਟਿੰਗ ਕਰੀਏ ਜ਼ਰੂਰ 1 ਤੇ 1 2 ਬਣਦੇ ਨੇ, ਪਰ ਜੇ 1 ਦੇ ਨਾਲ 1 ਖੜਾ ਕਰ ਦਈਏ ਤੇ ਮੇਰੇ ਖਿਆਲ ਦੇ ਵਿੱਚ ਉਹ 11 ਬਣ ਜਾਂਦੇ ਆ। ਇਹ ਬਿਲਕੁਲ ਸੱਚ ਹੈ, ਕਿਉਂਕਿ ਜਦੋਂ ਤੋਂ ਜਗਤ ਸੁਖ ਇੰਡਸਟਰੀ ਔਰ ਅਕਾਲ ਚੈਨਲ ਨੇ ਸਾਂਝਾ ਉਦਮ ਤੇ ਉਪਰਾਲਾ ਕੀਤਾ, ਸੱਚਮੁੱਚ 1 ਤੇ 1 2 ਨਹੀਂ ਬਣੇ, 1 ਤੇ 1 11 ਬਣ ਗਏ। ਤੇ ਜੋ ਉਹਦੇ ਵਿੱਚੋਂ ਨਿਕਲ ਕੇ ਬਾਹਰ ਆਇਆ, ਮੇਰੇ ਖਿਆਲ ਦੇ ਵਿੱਚ ਬੜਾ ਬਾਕਮਾਲ ਸੀ। ਜਦੋਂ ਅਸੀਂ ਕੁਝ ਐਸੀਆਂ ਥਾਵਾਂ ਦੇ ਉੱਪਰ ਗਏ, ਐਸੇ ਇਲਾਕੇ ਨੂੰ ਸੈਨੀਟਾਈਜ਼ ਕੀਤਾ ਜਿਨ੍ਹਾਂ ਦੇ ਵਿੱਚੋਂ ਅਸੀਂ ਗੱਲ ਕਰੀਏ ਤੇ ਪਿੰਗਲਵਾੜਾ ਦੀ, ਪਿੰਗਲਵਾੜੇ ਦੇ ਵਿੱਚ ਬੜੇ ਲੋੜਵੰਦ ਰਹਿੰਦੇ ਨੇ, ਬੜੇ ਐਸੇ ਸੱਜਣ ਨੇ ਜਿਨ੍ਹਾਂ ਦਾ ਸ਼ਾਇਦ ਕੋਈ ਨਹੀਂ ਹੈ, ਪਰ ਉਹਨਾਂ ਦਾ ਪਿੰਗਲਵਾੜੇ ਦੇ ਅੰਦਰ ਸਭ ਕੁਝ ਹੈ। ਅਸੀਂ ਉੱਥੇ ਵੀ ਗਏ, ਗਲੀਆਂ ਬਾਜ਼ਾਰਾਂ ਦੇ ਵਿੱਚ ਵੀ ਗਏ। ਅਸੀਂ ਦਰਬਾਰ ਸਾਹਿਬ ਦੀ ਪਰਿਕਰਮਾ, ਦਰਬਾਰ ਸਾਹਿਬ ਦਾ ਗਲਿਆਰਾ, ਦਰਬਾਰ ਸਾਹਿਬ ਨੂੰ ਜਾਣ ਵਾਲਾ ਹਰ ਗਲੀ ਹਰ ਬਾਜ਼ਾਰ ਜਦੋਂ ਸੈਨੀਟਾਈਜ਼ ਕਰਦੇ ਸਾਂ, ਤੇ ਸੱਚਮੁੱਚ ਉਦੋਂ ਕਿਤੇ ਨਾ ਕਿਤੇ ਮਹਿਸੂਸ ਹੁੰਦਾ ਸੀ ਕਿ ਸੱਚ ਹੈ ਇਹ ਕਿ 1 ਤੇ 1 2 ਨਹੀਂ, ਅੱਜ 1 ਤੇ 1 11 ਬਣ ਗਏ ਨੇ। ਆਓ ਮੈਂ ਤੁਹਾਨੂੰ ਉਸ ਵੀਰ ਦੇ ਨਾਲ ਮਿਲਾਵਾਂ ਜਿਨ੍ਹਾਂ ਨੂੰ ਅਕਸਰ ਹੀ ਤੁਸੀਂ ਅਕਾਲ ਚੈਨਲ ਦੇ ਜ਼ਰੀਏ ਅੱਗੇ ਵੇਖ ਚੁੱਕੇ ਹੋ। ਬੜੇ ਪਿਆਰੇ ਵੀਰ ਜਿਨ੍ਹਾਂ ਦੇ ਅੰਦਰ ਇੱਕ ਭਾਵਨਾ ਹੈ ਸਮਾਜ ਦੀ ਸੇਵਾ ਦੀ, ਵੀਰ ਜਗਤਜੀਤ ਸਿੰਘ ਪਾਸੀ। ਆਓ ਸਭ ਤੋਂ ਪਹਿਲਾਂ ਵੀਰ ਜੀ ਨਾਲ ਫਤਿਹ ਦੀ ਸਾਂਝ ਕਰਦੇ ਆ ਤੇ ਤੁਹਾਡੇ ਰੂਬਰੂ ਕਰਵਾਵਾਂਗਾ। ਵੀਰਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ। ਧੰਨਵਾਦ ਜੀ, ਤੁਹਾਡਾ ਬਹੁਤ ਧੰਨਵਾਦ ਜੀ ਮੱਖੂ ਜੀ। ਤੇ ਮੈਂ ਅਕਾਲ ਚੈਨਲ ਦਾ ਬਹੁਤ ਵੱਡਾ ਧੰਨਵਾਦ ਕਰਦਾ ਜੋ ਤੁਸੀਂ ਮੈਨੂੰ ਦੇਸ਼ ਦੁਨੀਆ ਭਰ 'ਚ ਬੈਠੇ ਪੰਜਾਬੀਆਂ ਨਾਲ ਰੂਬਰੂ ਕਰਵਾ ਰਹੇ ਹੋ ਜੀ। ਤੇ ਇਹਨਾਂ ਨਾਲ ਮੈਂ ਸਾਰਿਆਂ ਨਾਲ ਇੱਕ ਵਾਰ ਫੇਰ ਫਤਿਹ ਦੀ ਸਾਂਝ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰਾ ਜੀ, ਮਨ ਦੇ ਵਿੱਚ ਕਈ ਵਾਰੀ ਖਿਆਲ ਆਉਂਦਾ ਹੈ ਕਿ ਜਿਵੇਂ ਪਿਛਲੇ ਕੁਝ ਦਿਨਾਂ ਦੇ ਵਿੱਚ ਇੱਕਦਮ ਅਖਬਾਰਾਂ ਦੇ ਵਿੱਚ ਖਬਰਾਂ ਆ ਗਈਆਂ ਕਿ 2 ਸਰਦਾਰ ਭਰਾਵਾਂ ਨੇ ਰਾਤੋਂ ਰਾਤ ਸ਼ਹਿਰ ਸੈਨੀਟਾਈਜ਼ ਕਰ ਦਿੱਤਾ। ਉਹ ਜਦੋਂ ਅਖਬਾਰਾਂ ਦੇ ਵਿੱਚ ਖਬਰਾਂ ਛਪੀਆਂ ਤੇ ਮੇਰੇ ਖਿਆਲ ਦੇ ਵਿੱਚ ਮੀਡੀਆ ਤੁਹਾਡਾ ਘਰ ਲੱਭਦਾ ਰਹਿ ਗਿਆ ਕਿ ਤੁਹਾਡੀ ਭਾਲ ਦੇ ਵਿੱਚ ਵੀ ਕਿਹੜੇ ਐਸੇ 2 ਸਰਦਾਰ ਹੈ। ਉਸ ਤੋਂ ਬਾਅਦ ਤੁਸੀਂ ਸਾਹਮਣੇ ਆਏ, ਰੂਬਰੂ ਹੋਏ। ਇਹ ਸੇਵਾ ਦੀ ਭਾਵਨਾ ਕਿ ਅਸੀਂ ਜਦੋਂ ਕੋਵਿਡ-19 ਦਾ ਕਹਿਰ ਚੱਲਦਾ ਹੈ, ਕੋਈ ਰਾਸ਼ਨ ਵੰਡਦਾ ਪਿਆ ਹੈ, ਕੋਈ ਕੱਪੜਾ ਲੀੜਾ ਵੰਡਦਾ ਪਿਆ ਹੈ, ਆਪੋ ਆਪਣੀਆਂ ਵਿਭਾਗੀ ਡਿਊਟੀਆਂ ਦੇ ਰਹੇ ਨੇ, ਕੋਈ ਸੈਨੀਟਾਈਜ਼ਰ ਵੰਡਦਾ ਪਿਆ ਹੈ, ਉਸ ਸਮੇਂ ਤੁਹਾਡੇ ਮਨ ਦੇ ਵਿੱਚ ਖਿਆਲ ਕਿਵੇਂ ਆਇਆ ਕਿ ਸਾਡੇ ਕੋਲ ਐਸੀਆਂ ਮਸ਼ੀਨਾਂ ਹਨ ਤੇ ਅਸੀਂ ਪੂਰੇ ਦੇ ਪੂਰੇ ਸ਼ਹਿਰ ਸੈਨੀਟਾਈਜ਼ ਕਰ ਸਕਦੇ ਹਾਂ? ਮੱਖੂ ਸਾਹਿਬ, ਪਹਿਲਾਂ ਤਾਂ ਮੈਂ ਇਹ ਸਮਝਦਾ ਜੀ ਵੀ ਜੋ ਦਿਮਾਗ ਦੇ ਵਿੱਚ ਇਹ ਫੁਰਨਾ ਆਇਆ ਜੀ, ਇਹ ਅਕਾਲ ਪੁਰਖ ਨੇ ਪਾਇਆ ਜੀ। ਅਸੀਂ ਕੰਮਾਂ-ਕਾਰਾਂ ਦੇ ਰੁਝੇਵਿਆਂ ਦੇ ਵਿੱਚ ਕੰਮ ਕਰਦੇ ਰਹਿੰਦੇ ਸੀ ਤੇ ਕਦੇ ਪਤਾ ਨਹੀਂ ਸੀਗਾ ਵੀ ਗੁਰੂ ਮਹਾਰਾਜ ਨੇ ਇੱਦਾਂ ਦੀ ਵੀ ਸੇਵਾ ਲਾ ਦੇਣੀ ਆ ਵੀ ਜਿਹੜੀ ਦੇਸ਼ ਵਿਦੇਸ਼ ਦੇ ਵਿੱਚ ਜਾਊਗੀ। ਤੇ ਉਸ ਸਮੇਂ ਇੱਦਾਂ ਦਾ ਮਾਹੌਲ ਜਿਵੇਂ ਚੱਲ ਰਿਹਾ ਸੀਗਾ ਮਾਰਚ ਮਹੀਨੇ ਦੇ ਵਿੱਚ, ਤੇ ਮੇਰੇ ਦੇਸ਼ਾਂ ਵਿਦੇਸ਼ਾਂ ਤੋਂ ਮੇਰੇ ਦੋਸਤ ਮਿੱਤਰਾਂ ਦਾ ਫੋਨ ਆਉਂਦਾ ਸੀ ਵੀ ਇੱਥੇ ਅੱਜ ਇੰਨੇ ਬੰਦਿਆਂ ਦੀ ਮੌਤ ਹੋ ਗਈ, ਅੱਜ ਇੰਨੇ ਬੰਦੇ। ਹਾਂ, ਕਿਉਂਕਿ ਪ੍ਰੋਬਲਮ ਉੱਥੇ ਪਹਿਲਾਂ ਆ ਚੁੱਕੀ ਸੀ, ਹਾਂਜੀ, ਆਪਣੇ ਬਾਅਦ ਵਿੱਚ ਆਈ ਹੈ। ਤੇ ਉਹ ਜਦੋਂ ਉਹ ਚੀਜ਼ ਮੇਰੇ ਦਿਲ ਦੀ ਗਹਿਰਾਈ ਤੱਕ ਜਾ ਰਹੀ ਸੀ ਤੇ ਉਹ ਹੌਲੀ ਹੌਲੀ ਅਕਾਲ ਪੁਰਖ ਨੇ ਇੱਦਾਂ ਦਾ ਸੋਚ ਵਿਚਾਰ ਦਿਮਾਗ ਦੇ ਵਿੱਚ ਪਾਇਆ ਵੀ ਜਦੋਂ 20 ਤਰੀਕ ਨੂੰ ਅਨਾਊਂਸ ਹੋਇਆ ਵੀ
ਇੱਕ ਲੋਕਡਾਊਨ ਪੀਰੀਅਡ ਸ਼ੁਰੂ ਹੋਣ ਲੱਗਿਆ ਤਾਂ ਸਾਡੇ ਮੇਰੇ ਜ਼ਿਹਨ ਦੇ ਵਿੱਚ ਇਹ ਗੱਲ ਆਈ ਵੀ ਇੱਕ ਮਸ਼ੀਨ ਅਸੀਂ ਬਾਹਰ ਭੇਜਣੀ ਸੀ ਜੀ, ਤੇ ਵੀ ਉਸ ਮਸ਼ੀਨ ਨੂੰ ਅਸੀਂ ਬਾਹਰ ਭੇਜਣ ਦੀ ਬਜਾਏ ਪਹਿਲਾਂ ਅਸੀਂ ਆਪਣੇ ਲਈ ਰੋਕ ਲਈਏ ਕਿਉਂਕਿ ਇੱਥੇ ਵੀ ਜ਼ਿਆਦਾ ਉਨੀ ਲੋੜ ਆ ਤੇ ਅਸੀਂ ਉਸ ਮਸ਼ੀਨ ਨੂੰ ਆਪਣੇ ਉਰੇ ਦੋਨਾਂ ਭਰਾਵਾਂ ਨੇ ਸਲਾਹ ਕਰਕੇ ਇੱਥੇ ਰੋਕ ਲਿਆ। ਠੀਕ ਹੈ। ਤੇ ਬਾਹਰ ਵਾਲੇ ਆਪਣੇ ਜੋ ਸਾਡਾ ਵਪਾਰੀ ਸੀ ਉਹਨੂੰ ਕਿਹਾ ਵੀ ਪਹਿਲਾਂ ਸਾਨੂੰ ਲੋੜ ਆ, ਉਹ ਵੀ ਇਸ ਗੱਲ ਨਾਲ ਸਹਿਮਤ ਹੋਇਆ ਵੀ ਠੀਕ ਹੈ ਵੀ ਹਜੇ ਲੋਕਡਾਊਨ ਹੈ ਤੇ ਵੀ ਆਪਾਂ ਇਹਨੂੰ ਤੁਸੀਂ ਆਪਣੇ ਲਈ ਬਹੁਤ ਚੰਗਾ ਵਿਚਾਰ ਨੇ ਤੁਹਾਡੇ। ਤੇ ਅਸੀਂ ਉਸ ਮਸ਼ੀਨ ਨੂੰ ਆਪਣੇ ਰਾਤ ਦੇ ਵਿੱਚ ਸਾਡੇ ਇੱਕ ਬਹੁਤ ਹੀ ਪਿਆਰੇ ਵੀਰ ਨੇ ਕਾਰਪੋਰੇਸ਼ਨ ਦੇ ਵਿੱਚ ਨੇ ਜਸਦੇਵ ਸਿੰਘ ਸੇਖੋਂ ਜੀ, ਮੈਂ ਉਹਨਾਂ ਨਾਲ ਵਿਚਾਰ ਵਟਾਂਦਰਾ ਕੀਤਾ ਵੀ ਬਾਈ ਜੀ ਵੀ ਸਾਡੇ ਕੋਲ ਇੱਕ ਇੱਦਾਂ ਦੀ ਮਸ਼ੀਨ ਹੈ ਜਿਹਨਾਂ ਆਪਾਂ ਪੂਰਾ ਸ਼ਹਿਰ ਸੈਨੀਟਾਈਜ਼ ਕਰ ਸਕਦੇ ਹਾਂ ਵੀ ਕੀ ਤੁਸੀਂ ਸਾਡੀ ਗੱਲ ਨਾਲ ਰਾਬਤਾ ਤੇ ਸਹਿਮਤ ਹੋ ਵੀ ਆਪਾਂ ਜੇ ਇਹ ਚੀਜ਼ ਨੂੰ ਆਪਾਂ ਲਾਈਏ ਤੇ ਵੀ ਬਹੁਤ ਵੱਡੀ ਇੱਕ ਸੇਵਾ ਲੱਗ ਜੂਗੀ ਤੇ ਪਲੱਸ ਕੀ ਆ ਵੀ ਲੋਕਾਂ ਨੂੰ ਰਾਹਤ ਮਿਲ ਜੂਗੀ, ਹੋ ਸਕਦਾ ਆਪਾਂ ਸਾਰਿਆਂ ਨੂੰ ਬਚਾਉਣ ਦੇ ਵਿੱਚ ਕੋਈ ਕਾਮਯਾਬ ਹੋ ਸਕੇ ਕੀ ਆਪਾਂ ਇੱਕ ਤਿਲਫੁਲ ਯੋਗਦਾਨ ਪਾ ਸਕੀਏ। ਬਿਲਕੁਲ, ਵੈਸੇ ਇਹ ਚੀਜ਼ਾਂ ਤਾਂ ਕੁਦਰਤ ਦੇ ਹੱਥ ਵੱਸ ਨੇ ਪਰ ਅਸੀਂ ਕੁਛ ਨਾ ਕੁਛ ਤਿਲਫੁਲ ਯੋਗਦਾਨ ਪਾ ਸਕਦੇ ਹੋਈਏ ਮਾਨਵਤਾ ਨੂੰ ਬਚਾਉਣ ਦੇ ਲਈ। ਬਿਲਕੁਲ ਜੀ, ਅਸੀਂ ਇੱਕ ਵੀ ਜਾਨ ਬਚਾ ਲਈਏ ਵੀ ਸਾਡੇ ਲਈ ਬਹੁਤ ਵੱਡੀ ਗੱਲ ਆ। ਤੇ ਅਸੀਂ ਉਹ ਰਾਤੋਂ ਰਾਤ ਜੀ ਉਹਨੂੰ ਸਪਰੇਅ ਕੀਤਾ, ਆਪਣੇ ਸੈਨੀਟਾਈਜ਼ੇਸ਼ਨ ਜਿਹੜੀ ਆਪਣੀ ਮੁਹਿੰਮ ਸਟਾਰਟ ਕੀਤੀ ਤੇ ਸਾਨੂੰ ਨਹੀਂ ਪਤਾ ਸੀਗਾ ਵੀ ਇਹ ਇੰਨੀ ਗੱਲ ਜੋ ਅਖਬਾਰਾਂ ਦੇ ਵਿੱਚ ਜਾਂ ਖਬਰਾਂ ਦੇ ਵਿੱਚ ਫੈਲ ਜਾਊਗੀ। ਤੇ ਉਸ ਤੋਂ ਬਾਅਦ ਫਿਰ ਦਿਨ ਦੇ ਵਿੱਚ ਸਾਨੂੰ ਹੋਰ ਲੱਗਿਆ ਵੀ ਜਦੋਂ ਸਵੇਰੇ ਅਸੀਂ ਆਪਣੇ ਅਖਬਾਰਾਂ ਦੇ ਵਿੱਚ ਦੇਖਿਆ ਜਾਂ ਹੋਰ ਪਤਾ ਲੱਗਿਆ ਲੋਕਾਂ ਦੇ ਫੋਨ ਹੋਰ ਜ਼ਿਆਦਾ ਚਾਲੂ ਹੋ ਗਏ ਆਉਣੇ ਤਾਂ ਸਾਨੂੰ ਇਹ ਮਹਿਸੂਸ ਹੋਇਆ ਵੀ ਸਾਡੀ ਜ਼ਿੰਮੇਵਾਰੀ ਹੁਣ ਹੋਰ ਵੱਧ ਗਈ ਆ। ਤੇ ਅਸੀਂ ਫਿਰ ਬਜਾਏ ਈਗੋ ਦੇ ਲੈਣ ਦੀ ਬਜਾਏ ਤੁਸੀਂ ਇਹਨੂੰ ਜ਼ਿੰਮੇਵਾਰੀ ਦੇ ਵਿੱਚ ਲੈ ਲਿਆ। ਬਿਲਕੁਲ ਜੀ, ਇਹ ਜ਼ਿੰਮੇਵਾਰੀ ਦੇ ਵਿੱਚ ਲਿਆ ਕਿਉਂਕਿ ਇੱਕ ਸਾਡੀ ਜੋ ਅਸੀਂ ਸਿੱਖ ਪੰਥ ਨਾਲ ਜੁੜੇ ਆ, ਜੋ ਸਾਡਾ ਗੁਰੂ ਸਿਧਾਂਤ ਕਹਿੰਦਾ ਵੀ ਲੋਕਾਂ ਦੀ ਸੇਵਾ, ਜੇ ਲੋਕ ਸੇਵਾ ਇਹ ਵੀ ਇੱਕ ਤਰੀਕੇ ਦੀ ਸੇਵਾ ਸੀ ਜੋ ਅਸੀਂ ਸਮਝਿਆ ਤੇ ਇਹਦੀ ਜ਼ਿੰਮੇਵਾਰੀ ਮੋਢਿਆਂ 'ਤੇ ਹੁਣ ਬਹੁਤ ਵੱਡੀ ਆ ਗਈ ਸੀ ਜੀ। ਤੇ ਅਸੀਂ ਇਸ ਚੀਜ਼ ਨੂੰ ਇਸ ਤਰੀਕੇ ਨਾਲ ਨਹੀਂ ਲਿਆ ਵੀ ਚਲੋ ਇੱਕ ਮਸ਼ੀਨ ਅਸੀਂ ਦੇਤੀ ਤੇ ਆਪਾਂ ਉਹਦੇ ਨਾਲ ਵੀ ਲੋਕ ਇਹ ਸਪਰੇਅ ਕਰ ਲੈਣਗੇ। ਤੇ ਅਸੀਂ ਆਪ ਇਸ ਕਾਰਜ ਦੇ ਵਿੱਚ ਦੋਨੇ ਭਰਾਵਾਂ ਨੇ ਤੇ ਪੂਰੇ ਜਦੋਂ ਪਾਸੀ ਪਰਿਵਾਰ ਦੇ ਮੇਰੇ ਬਾਕੀ ਕਜ਼ਨ ਬ੍ਰਦਰਸ ਨੇ ਸਾਰੇ ਨਾਲ ਆਏ ਤੇ ਅਸੀਂ ਸਾਰਿਆਂ ਨੇ ਦਿਨ ਰਾਤ ਇੱਕ ਕਰਕੇ ਲੁਧਿਆਣੇ ਦਾ ਕਾਫੀ ਹਿੱਸਾ ਅਸੀਂ ਉਹਨੂੰ ਸੈਨੀਟਾਈਜ਼ ਕੀਤਾ। ਤੇ ਉਹ ਸੈਨੀਟਾਈਜ਼ ਕਰਦੇ ਕਰਦੇ ਸਾਨੂੰ ਅਸੀਂ ਇਹ ਵੀ ਮਹਿਸੂਸ ਕੀਤਾ ਵੀ ਲੋਕ ਇੰਨੇ ਡਰੇ ਹੋਏ ਸੀ ਤੇ ਵੀ ਉਹਨਾਂ ਨੂੰ ਜਦੋਂ ਅਸੀਂ ਉਸ ਗਲੀ ਦੇ ਵਿੱਚ ਦੀ ਜਾਂ ਉਸ ਸ਼ਹਿਰ ਦੇ ਵਿੱਚ ਦੀ ਜਦੋਂ ਲੰਘਦੇ ਸੀਗੇ ਤੇ ਲੋਕ ਸਾਡਾ ਸਵਾਗਤ ਤਾੜੀਆਂ ਦੇ ਨਾਲ ਜਾਂ ਬਹੁਤ ਤਰੀਕੇ ਨਾਲ ਕਰਦੇ ਜਦੋਂ ਸਾਡੀ ਹੌਸਲਾ ਅਫਜ਼ਾਈ ਹੁੰਦੀ ਸੀ। ਤੇ ਉਸ ਚੀਜ਼ ਤੋਂ ਸਾਨੂੰ ਇਦਾਂ ਲੱਗਿਆ ਵੀ ਇਹ ਸਾਨੂੰ ਇਹ ਕਾਰਜ ਨੂੰ ਹੋਰ ਵੱਡੇ ਪੱਧਰ ਤੇ ਕਰਨਾ ਚਾਹੀਦਾ ਤੇ ਉਹਦੇ ਵਿੱਚ ਉਤਸ਼ਾਹ ਹੋਰ ਬਣਦਾ ਗਿਆ। ਹਾਂਜੀ ਜੀ, ਉਤਸ਼ਾਹ ਜਿੱਦਾਂ ਸਾਨੂੰ ਪਿੱਠ ਥਾਪੜੀ ਜਿਵੇਂ ਆਪਾਂ ਕਹਿੰਦੇ ਆ ਵੀ ਥਾਪੀ ਮਿਲਦੀ ਗਈ ਵੀ ਤੁਸੀਂ ਇਹ ਕੋਈ ਕਰ ਰਹੇ ਹੋ, ਸਾਨੂੰ ਮਹਿਸੂਸ ਹੋਇਆ ਵੀ ਯਾਰ ਵੀ ਇਹ ਕੰਮ ਜੋ ਅਸੀਂ ਕਾਰਜ ਕਰ ਰਹੇ ਹਾਂ ਵੀ ਲੋਕ ਕਿਉਂਕਿ ਬਹੁਤ ਘਬਰਾਏ ਹੋਏ ਸੀ ਕਿਉਂਕਿ ਜਿਸ ਦੇ ਘਰ ਦੇ ਜਿਸ ਏਰੀਆ ਦੇ ਵਿੱਚੋਂ ਅਸੀਂ ਲੰਘਦੇ ਸੀ ਉਹ ਲੋਕ ਨਾ ਉਹ ਕਹਿੰਦੇ ਵੀ ਸਾਡਾ ਤਾਂ ਏਰੀਆ ਸੈਨੀਟਾਈਜ਼ ਹੋ ਗਿਆ, ਅਸੀਂ ਬਚ ਗਏ ਤੇ ਲੋਕਾਂ ਦਾ ਹੌਸਲਾ ਬਣ ਜਾਂਦਾ ਸੀ ਉਹਨਾਂ ਦਾ। ਤੇ ਕਹਿਣ ਦਾ ਭਾਵ ਕੀ ਵੀ ਸ਼ਾਇਦ ਇਹਦੇ ਨਾਲ ਜੋ ਸੈਨੀਟਾਈਜ਼ ਦੀ ਜੋ ਮੁਹਿੰਮ ਚੱਲੀ ਆ ਵੀ ਕਹਿੰਦੇ ਵੀ ਇੱਕ ਕਹਾਵਤ ਜੀ ਵੀ ਵਿੱਚ ਨਿਕਲ ਗਈ ਸਾਡੇ ਸੱਜਣਾ ਮਿੱਤਰਾਂ ਤੋਂ ਤੇ ਉਹ ਕਹਿੰਦੇ ਵੀ ਇਹਦੇ ਨਾਲ ਆਪਣਾ ਮਰ ਜਾਂਦਾ ਵਾ COVID-19 ਜਾਂ ਆਪਣਾ ਕਰੋਨਾ ਮਰ ਜਾਂਦਾ। ਅਸੀਂ ਕਿਹਾ ਯਾਰ ਕਰੋਨਾ ਮਰੇ ਚਾਹੇ ਨਾ ਮਰੇ, ਵਹਿਮ ਤਾਂ ਜ਼ਰੂਰ ਮਰ ਗਿਆ ਲੋਕਾਂ ਦਾ। ਕਿਉਂਕਿ ਲੋਕ ਦੇਖੋ ਅਸਲ ਦੇ ਵਿੱਚ ਹਕੀਕਤ ਇਹ ਆ ਜਗਤ ਜੀ, ਠੀਕ ਹੈ ਮੈਂ ਕਿਸੇ ਰਿਪੋਰਟ ਨੂੰ ਝੁਠਲਾ ਨਹੀਂ ਰਿਹਾ, ਲੋਕ COVID-19 ਨਾਲ ਡੈਥ ਹੋਈਆਂ ਹੋਣਗੀਆਂ ਬਟ ਕਿਤੇ ਨਾ ਕਿਤੇ ਜਦੋਂ ਕਿਸੇ ਬੰਦੇ ਨੂੰ ਹੋ ਜਾਂਦਾ ਹੈ ਤਾਂ ਉਸ ਤੋਂ ਬਾਅਦ ਸਹਿਮ ਜਿਹੜਾ ਲੈ ਜਾਂਦਾ ਨਾ ਉਹ ਬੰਦਾ ਉਹਦੇ ਨਾਲ ਡੈਥ ਦਾ ਕਾਰਨ ਜ਼ਿਆਦਾ ਬਣ ਜਾਂਦਾ ਆ। ਬਿਲਕੁਲ, ਹੁਣ ਦੇਖੋ COVID-19 ਜਿਨ੍ਹਾਂ ਨੂੰ ਹੋਇਆ, ਕਰੋਨਾ ਵਾਇਰਸ ਹੋਇਆ, ਉਹ ਠੀਕ ਵੀ ਹੋਏ ਹੈ ਔਰ ਉਹਨਾਂ ਨੇ ਆਪਣੇ ਜਿਹੜੇ ਐਕਸਪੀਰੀਅੰਸ ਨੇ ਉਹ ਸ਼ੇਅਰ ਵੀ ਕੀਤੇ ਆ ਲੋਕਾਂ ਦੇ ਨਾਲ ਵੀ ਮੈਂ ਠੀਕ ਹੋ ਗਿਆ। ਹੁਣ ਉਸ ਪੀਰੀਅਡ ਦੇ ਦੌਰਾਨ ਕਈਆਂ ਦੀ ਮੌਤ ਵੀ ਹੋ ਗਈ। ਮੌਤ ਹੋਣ ਦਾ ਕਾਰਨ ਕੀ ਹੈ? ਉਹ ਲੋਕ ਕੁਝ ਸਹਿਮ ਗਏ, ਬਿਮਾਰੀ ਦੇ ਕਰਕੇ ਭੌ ਸੀ। ਹੁਣ ਜਦੋਂ ਇਸ ਤਰੀਕੇ ਦੀ ਇੱਕ ਮੁਹਿੰਮ ਛਿੜਦੀ ਹੈ ਤੇ ਕਿਤੇ ਨਾ ਕਿਤੇ ਲੋਕ ਖੌਫ ਦੇ ਮਾਹੌਲ ਦੇ ਵਿੱਚ ਬੇਖੌਫ ਹੋ ਜਾਂਦੇ ਨੇ। ਇੱਕ ਮੇਰੇ ਮਨ ਦੇ ਵਿੱਚ ਹੋਰ ਸਵਾਲ ਆਇਆ, ਜੇ ਤੁਸੀਂ ਸੈਨੀਟਾਈਜ਼ ਦੀ ਗੱਲ ਕਰਦੇ ਹੋ, ਪਹਿਲੀ ਗੱਲ ਤੇ ਇਹ ਹੈ ਵੀ ਤੁਸੀਂ ਮਸ਼ੀਨ ਤੁਹਾਡੀ ਬਾਹਰ ਜਾ ਰਹੀ ਸੀ, ਨੋ ਡਾਊਟ ਚੰਗੇ ਪੈਸੇ ਆ ਰਹੇ ਸਨ, ਪਰ ਤੁਸੀਂ ਇਹਨੂੰ ਕਮਾਈ ਦੇ ਵਿੱਚੋਂ ਘੱਟ ਤੇ ਇਹਨੂੰ ਸੇਵਾ ਦੇ ਵਜੋਂ ਲੈ ਲਿਆ। ਇੱਥੇ ਤੁਹਾਡੇ ਅਸੀਂ ਧੰਨਵਾਦੀ ਹਾਂ ਸਮੁੱਚੀ ਆਪਣੀ ਟੀਮ ਵੱਲੋਂ। ਸੈਕਿੰਡ ਇਹ ਦੱਸੋ ਵੀ ਜਿਵੇਂ ਤੁਸੀਂ ਗੱਲ ਕੀਤੀ ਹੈ ਹੁਣ ਮਸ਼ੀਨ ਤੇ ਆ ਗਈ, ਮਸ਼ੀਨ ਦੇ ਵਿੱਚ ਕੀ ਪਾਉਣਾ ਹੈ? ਉਹ ਜਿਵੇਂ ਤੁਸੀਂ ਸੈਨੀਟਾਈਜ਼ ਕਰਦੇ ਹੋ ਕਿਹੜੀ ਐਸੀ ਮੈਡੀਸਨ ਪਾਉਂਦੇ ਹੋ ਜਾਂ ਉਹ ਕਿੰਨਾ ਵੱਲੋਂ ਅਪਰੂਵਡ ਆ? ਇਹ ਜੀ ਤੁਸੀਂ ਬਹੁਤ ਵਧੀਆ ਸਵਾਲ ਪੁੱਛ ਲਿਆ ਜੀ ਮਖੂ ਸਾਹਿਬ, ਕਿਉਂਕਿ ਮੇਰੇ ਤੱਕ ਇਦਾਂ ਦੀਆਂ ਗੱਲਾਂ ਬਹੁਤ ਆਈਆਂ। ਮੈਂ ਇੱਕ ਪਹਿਲਾਂ ਗੱਲ ਦੱਸਣੀ ਚਾਹੁੰਦਾ ਤੁਹਾਨੂੰ ਵੀ ਮੇਰੇ ਤੱਕ ਇਦਾਂ ਦੀਆਂ ਗੱਲਾਂ ਬਹੁਤ ਆਈਆਂ ਵੀ ਬਹੁਤ ਲੋਕ ਵਿੱਚ ਕੋਈ ਸਪਿਰਿਟ ਪਾ ਕੇ ਜਾਂ ਕੋਈ ਡਿਟੋਲ ਜਾਂ ਕੋਈ ਸੈਵਲੋਨ ਪਾ ਕੇ ਬਹੁਤ ਲੋਕਾਂ ਨੇ ਸਪਰੇਅ ਕਰਨੀ ਸ਼ੁਰੂ ਕਰਤੀ ਜਦੋਂ ਮੁਹਿੰਮ ਚੱਲੀ। ਤੇ ਅਸੀਂ ਇਹਦੇ ਵਿੱਚ ਜਦੋਂ ਸਟਾਰਟ ਕਰਨ ਲੱਗੇ ਸਾਡੇ ਕੋਲ ਪਹਿਲਾ ਸਵਾਲ ਇਹੀ ਸੀਗਾ ਤੇ ਮੇਰੇ ਕੋਲ ਸਵਾਲ ਇਹੀ ਆਇਆ ਵੀ ਆਪਾਂ ਮਸ਼ੀਨ ਤਾਂ ਹੈ, ਹੁਣ ਇਹਦੇ ਲਈ ਆਪਾਂ ਸੈਨੀਟਾਈਜ਼ ਕਰਨਾ ਤਾਂ ਆਪਾਂ ਕੀ ਕਰੀਏ? ਤਾਂ ਮੈਂ ਉਹਦੇ ਵਿੱਚ ਕੀ ਕਰਦਾ, ਮੈਂ ਇੱਕ ਅਦਾਰੇ ਨੂੰ ਮੰਨਦਾ, ਉਹ ਹੈ WHO।
ਮੈਂ ਆਪਣਾ ਇੱਕ ਥੋੜਾ ਕੰਪਿਊਟਰ ਦੇ ਉੱਤੇ ਜਾਂ ਮੈਂ ਪੜ੍ਹਨ ਦਾ ਬੜਾ ਸ਼ੌਕੀਨ ਆ ਵੀ ਆਪਣੇ ਕੰਮ ਕਿੱਤੇ ਦੇ ਰਿਲੇਟਡ ਵੀ ਆਪਾਂ ਇਹਨੂੰ ਹੋਰ ਕਿਵੇਂ ਡਿਸਕਵਰ ਕਰੀਏ ਵੀ ਜਿੰਨੀ ਆਪਾਂ ਖੋਜ ਕਰਾਂਗੇ ਉਨੀ ਚੀਜ਼ ਆਪਣੇ ਜ਼ਿਹਨ ਦੇ ਵਿੱਚ ਆਊ ਤੇ ਆਪਾਂ ਲੋਕਾਂ ਦੇ ਨਾਲ ਵੰਡ ਸਕਦੇ ਹਾਂ। ਤੇ ਮੈਂ ਜਦੋਂ WHO ਦੀ ਰਿਪੋਰਟ ਪੜ੍ਹੀ ਉਹਦੇ ਵਿੱਚੋਂ ਇੱਕ ਮੈਨੂੰ ਕੈਮੀਕਲ ਉੱਥੋਂ ਮਿਲਿਆ ਤੇ ਉਸ ਤੋਂ ਉਹਦੇ ਨਾਲ ਜਿਹੜੇ ਹੋਰ ਬਲੌਗਸ ਵਗੈਰਾ ਸੀਗੇ ਜਿਵੇਂ ਅਮਰੀਕਨ ਕੋਈ ਬਲੌਗਸ ਸੀਗੇ ਜਾਂ ਕਿਤੇ ਹੋਰ ਚਾਈਨਾ ਦੇ ਵਿੱਚੋਂ ਮੈਂ ਪਤਾ ਕਰਵਾਇਆ, ਜਾਣੀ ਕਿ ਪੂਰੀ ਰਾਤ ਲਾ ਕੇ ਅਸੀਂ ਦੇਖਿਆ ਵੀ ਸੋਡੀਅਮ ਹਾਈਪੋਕਲੋਰਾਈਡ ਨਾਂ ਦੀ ਇੱਕ ਦਵਾਈ ਆ ਜੋ WHO ਤੋਂ ਪ੍ਰਮਾਣਿਤ ਆ, ਜੋ ਇਕਲੌਤਾ ਇੱਕ ਐਂਟੀਡੋਟ ਆ ਵੀ ਜਿਹੜਾ ਕਰੋਨਾ ਨੂੰ ਇਮੀਡੀਏਟ ਮਾਰਦਾ ਵਾ। ਅੱਛਾ ਜੀ। ਤੇ ਉਸ ਚੀਜ਼ ਨੂੰ ਅਸੀਂ ਇਮੀਡੀਏਟ ਮੈਂ ਜਿਹੜੇ ਸਾਡੇ ਪਿਆਰੇ ਵੀਰ ਨੇ ਸਾਡੇ ਜਸਦੇਵ ਸਿੰਘ ਸੇਖੋਂ ਜੀ ਜੋ ਕਾਰਪੋਰੇਸ਼ਨ ਦੇ, ਕਿਉਂਕਿ ਹੁਣ ਇਦਾਂ ਦਾ ਜੇ ਅਸੀਂ ਕੋਈ ਕੰਮ ਕਰ ਦਈਏ ਕੋਈ ਇਦਾਂ ਦਾ ਕੈਮੀਕਲ ਛਿੜਕ ਦਈਏ ਕਿਸੇ ਤੇ ਕਿਸੇ ਦੀ ਕੋਈ ਸਰੀਰ ਤੇ ਜਾਂ ਕੋਈ ਹੋਰ ਜਾਨੀ ਮਾਲ ਹੋ ਜਾਵੇ, ਨੁਕਸਾਨ ਹੋ ਜਾਵੇ ਤਾਂ ਉਹ ਤਾਂ ਫਿਰ ਸਜ਼ਾ ਭੁਗਤਣ ਵਾਲੀ ਗੱਲ ਹੋ ਜਾਂਦੀ ਆ। ਤੇ ਵੀ ਅਸੀਂ ਇਹ ਸੋਚਿਆ ਵੀ ਅਸੀਂ ਇੱਕ ਪਹਿਲਾਂ ਕਾਰਜ ਸ਼ੁਰੂ ਕਰ ਦਈਏ ਤੇ ਅੱਖਾਂ ਮੀਚ ਕੇ ਤੇ ਬਾਅਦ ਦੇ ਵਿੱਚ ਨੁਕਸਾਨ ਹੋਏ ਤੇ ਬਾਅਦ ਸਾਨੂੰ ਭੁਗਤਣਾ ਪੈ ਜਾਵੇ। ਇਹਨਾਂ ਬੈਟਰ ਵੀ ਉਹਨੂੰ ਪਹਿਲਾਂ ਪੜ੍ਹਿਆ ਜਾਵੇ, ਖੋਜ ਕੀਤੀ ਜਾਵੇ, ਖੋਜ ਕਰਨ ਤੋਂ ਬਾਅਦ ਉਹਨੂੰ ਲੋਕਾਂ ਤੱਕ ਲੈ ਕੇ ਜਾਇਆ ਜਾਵੇ ਜੀ। ਤੇ ਫਿਰ ਉਹ ਸੇਖੋਂ ਵੀਰ ਜੀ ਨੇ ਸਾਡੇ ਨੇ ਬਹੁਤ ਮਦਦ ਕੀਤੀ ਤੇ ਮੈਂ ਉਹਨਾਂ ਨਾਲ ਗੱਲ ਕੀਤੀ। ਮੈਂ ਕਿਹਾ ਬਾਈ ਜੀ ਇਦਾਂ ਦਾ ਕਰਕੇ ਕੈਮੀਕਲ ਹੈ ਵੀ ਆਪਾਂ ਉਹਨਾਂ ਨੇ ਇਮੀਡੀਏਟ ਆਪਣੇ ਜੋ ਲਿੰਕ ਸੀਗੇ ਆਪਣੇ ਜੋ ਕਾਰਪੋਰੇਸ਼ਨ ਦੇ ਡਾਕਟਰ ਸਾਹਿਬ ਜੋ ਵੀ ਸੀਗੇ ਉਹਨਾਂ ਨਾਲ ਰਾਬਤਾ ਕਾਇਮ ਕਰਕੇ ਉਹਨਾਂ ਨੇ ਕਿਹਾ ਹਾਂ ਬਿਲਕੁਲ ਠੀਕ ਹੈ ਵੀ ਇਹ ਸੋਡੀਅਮ ਹਾਈਪੋਕਲੋਰਾਈਡ ਆ ਦਵਾਈ, ਇਹੀ ਇਕਲੌਤਾ ਐਂਟੀਡੋਟ ਆ ਤੇ ਆਪਾਂ ਇਹਦੇ ਨਾਲ ਹੀ ਸਪਰੇਅ ਕਰਦੇ ਹਾਂ। ਤੇ ਅਸੀਂ ਜੀ ਅਗਲੇ ਦਿਨ ਦਾ ਪ੍ਰੋਗਰਾਮ ਬਣਿਆ ਹੋਇਆ ਸੀ ਸਾਡਾ ਤੇ ਅਗਲੇ ਦਿਨ ਦਾ ਪ੍ਰੋਗਰਾਮ ਬਣਿਆ ਤਾਂ ਉਹਨਾਂ ਨੇ ਮੈਨੂੰ ਕਿਹਾ ਕਹਿੰਦਾ ਯਾਰ ਕਿਉਂ ਨਾ ਆਪਾਂ ਰਾਤ ਨੂੰ ਸ਼ੁਰੂ ਕਰੀਏ। ਮੈਂ ਕਿਹਾ ਜੀ ਰਾਤ ਨੂੰ ਕਰੀਏ ਤਾਂ ਹੋਰ ਆ ਸੋਨੇ ਤੇ ਸੁਹਾਗਾ ਵੀ ਸਾਨੂੰ ਖਾਲੀ ਸੜਕਾਂ ਮਿਲ ਜਾਣੀਆਂ ਤੇ ਅਸੀਂ ਜਿੰਨੇ ਸ਼ਹਿਰ ਆ ਜਿੰਨਾ ਏਰੀਆ ਵੱਧ ਤੋਂ ਵੱਧ ਕਵਰ ਕਰ ਸਕਦੇ ਹਾਂ। ਤੇ ਅਸੀਂ ਇੱਕ ਆਈਡੀਆ ਲਾਇਆ ਸੀ ਵੀ ਇਹ ਜਿਹੜਾ ਮਿਸ਼ਰਣ ਆ ਉਹਦੇ ਵਿੱਚ ਪਾ ਕੇ ਅਸੀਂ ਇੱਕ ਦਿਨ ਦੇ ਵਿੱਚ 40 ਕਿਲੋਮੀਟਰ ਦਾ ਜੋ ਏਰੀਆ ਉਹ ਕਵਰ ਕਰਾਂਗੇ। ਅੱਛਾ ਜੀ। ਤੇ ਲੇਕਿਨ ਅਸੀਂ ਪਹਿਲੇ ਦਿਨ ਜਦੋਂ ਅਸੀਂ ਸਪਰੇਅ ਕੀਤੀ ਸਟਾਰਟ ਕੀਤੀ ਅਸੀਂ ਤੇ ਉਹ ਅਸੀਂ 60 ਕਿਲੋਮੀਟਰ ਦੇ ਏਰੀਆ ਅਸੀਂ ਕਵਰ ਕਰ ਚੁੱਕੇ ਸੀ। ਤੇ ਫਿਰ ਪਹਿਲੇ ਦਿਨ ਦਾ ਜੋ ਕੰਮ ਕਰਨ ਦਾ ਜੋ ਸੀਗਾ ਉਹ ਅਸੀਂ 32 ਘੰਟੇ ਤੋਂ ਲੈ ਕੇ 34 ਘੰਟੇ ਦੇ ਸਟ੍ਰੈਚ ਤੇ ਕੰਮ ਕੀਤਾ ਬਿਨਾਂ ਰੁਕੇ ਬਿਨਾਂ ਥੱਕੇ। ਬੱਲੇ ਬੱਲੇ ਬੱਲੇ। ਰਾਤ ਦਾ ਖਾਣਾ ਵੀ ਲੋਕਾਂ ਨੇ ਜਦੋਂ ਪਤਾ ਲੱਗਿਆ ਵੀ ਇਦਾਂ ਕਰਕੇ ਇਦਾਂ ਹੀ ਇੰਜ ਕਹਿ ਲਈਏ ਵੀ ਕੱਲੀਆਂ ਮਸ਼ੀਨਾਂ ਨਹੀਂ ਦਿੱਤੀਆਂ ਤੁਸੀਂ, ਸਮਾਂ ਵੀ ਦਿੱਤਾ ਆਪਣਾ। ਬਿਲਕੁਲ ਸਮਾਂ ਦੇਣਾ ਬਹੁਤ ਜ਼ਿਆਦਾ ਜ਼ਰੂਰੀ ਸੀ ਜੀ ਮੈਂ ਸਮਝਦਾ, ਕਿਉਂਕਿ ਜਿੱਦਾਂ ਕੋਈ ਚੀਜ਼ ਪਹਿਲੇ 10 ਦਿਨ ਜਿਹਨੂੰ ਆਪਾਂ ਕਹੀਏ ਤਾਂ ਕੋਈ ਵੀ ਸਾਨੂੰ ਮੈਦਾਨ 'ਚ ਨਹੀਂ ਮਿਲਿਆ। ਸਾਨੂੰ ਪਹਿਲੇ 10 ਦਿਨ ਕੋਈ ਵੀ ਮੈਦਾਨ 'ਚ ਨਹੀਂ ਮਿਲਿਆ। ਸਿਰਫ ਕੁਝ ਬੰਦੇ ਕਾਰਪੋਰੇਸ਼ਨ ਦੇ ਸੀਗੇ ਤੇ ਕੁਝ ਅਸੀਂ ਭਰਾ ਸੀਗੇ ਸਾਰੇ ਤੇ ਅਸੀਂ 10-12 ਜਣਿਆਂ ਦੀ ਟੀਮ ਨੇ ਦਿਨ ਰਾਤ ਇੱਕ ਕਰਕੇ ਅਸੀਂ ਸਾਰੀ ਸੈਨੀਟਾਈਜ਼ ਦੀ ਸੇਵਾ ਕੀਤੀ, ਕਿਉਂਕਿ ਮੈਨੂੰ ਇਹ ਮਹਿਸੂਸ ਹੋਇਆ ਵੀ ਜੇ ਕਿਤੇ ਮੈਂ ਮਸ਼ੀਨ ਦੇ ਦੇਵਾਂ ਇਦਾਂ ਹੀ ਤਾਂ ਸ਼ਾਇਦ ਵੀ ਜੋ ਜਿੰਨਾ ਸੀਰੀਅਸ ਅਸੀਂ ਆ ਜੋ ਸਾਡੇ ਜ਼ਿਹਨ ਦੇ ਵਿੱਚ ਹੈ ਜੋ ਉਮੀਦ ਲੋਕਾਂ ਨੇ ਸਾਡੇ ਨਾਲ ਲਾ ਲਈ ਸੀ ਵੀ ਸ਼ਾਇਦ ਕਿਸੇ ਹੋਰ ਬੰਦੇ ਨੂੰ ਦੇ ਕੇ ਅਸੀਂ ਆਪਣੇ ਕਰਿੰਦਿਆਂ ਨੂੰ ਆਪਣੇ ਵਰਕਰਾਂ ਨੂੰ ਦੇ ਕੇ ਵੀ ਉਹ ਸ਼ਾਇਦ ਉਹ ਇਸ ਤਰੀਕੇ ਦੇ ਨਾਲ ਸੇਵਾ ਨਾ ਨਿਭਾ ਸਕਣ। ਤੇ ਇਸ ਕਰਕੇ ਹੀ ਦੇਖਿਆ ਵੀ ਇਹ ਸਾਨੂੰ ਆਪ ਨੂੰ ਹੀ ਕਰਨੀ ਚਾਹੀਦੀ। ਗੁਰੂ ਮਹਾਰਾਜ ਨੇ ਆਪ ਅੱਗੇ ਆ ਕੇ ਸਾਤੋਂ ਸੇਵਾ ਲਈ ਆ ਤੇ ਮੈਂ ਖੁਸ਼ਕਿਸਮਤ ਸਮਝਦਾ ਆਪਣੇ ਆਪ ਨੂੰ ਵੀ ਇਹ ਕਾਰਜ ਗੁਰੂ ਮਹਾਰਾਜ ਨੇ ਇੰਨਿਆਂ ਦੇ ਵਿੱਚੋਂ ਸਾਨੂੰ ਚੁਣਿਆ। ਤੇ ਬਹੁਤ ਇੰਡਸਟਰੀ ਦੇ ਮਾਲਕ ਬੈਠੇ ਨੇ, ਬਹੁਤ ਕੁਛ ਦੁਨੀਆ ਤੇ ਬਣਦਾ ਪਿਆ। ਇੱਕ ਮੇਰੇ ਮਨ 'ਚ ਹੋਰ ਸਵਾਲ ਆ ਰਿਹਾ ਹੈ ਆਪਣੇ ਪਾਸ ਸਭ ਕਿ ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਮਸ਼ੀਨ ਅਸੀਂ ਤਿਆਰ ਕੀਤੀ ਤੇ ਮਸ਼ੀਨ ਉਸ ਤੋਂ ਬਾਅਦ ਸੇਵਾ ਦੇ ਵਿੱਚ ਲਾਈ ਤੇ ਉਹ ਇੱਕ ਦਿਨ ਦੇ ਵਿੱਚ 60 ਕਿਲੋਮੀਟਰ ਜਾਂ 40 ਕਿਲੋਮੀਟਰ ਕਵਰ ਕਰਦੀ ਹੈ। ਜਦੋਂ ਅਸੀਂ ਸੈਨੀਟਾਈਜ਼ ਕਰਨਾ ਆ, ਇੱਕ ਤੇ ਮਨ ਦੇ ਵਿੱਚ ਪਹਿਲਾ ਸਵਾਲ ਸੀ ਕਿ ਉਹ ਸੈਨੀਟਾਈਜ਼ ਕਿਵੇਂ ਕਰਨਾ, ਉਹਦੇ ਬਾਰੇ ਤੁਸੀਂ ਸਾਨੂੰ ਜਾਣਕਾਰੀ ਦੇ ਦਿੱਤੀ ਵੀ ਰਾਤਾਂ ਲਾਈਆਂ ਨੇ, ਉਸ ਤੋਂ ਬਾਅਦ ਉਹ ਚੀਜ਼ ਕੱਢੀ ਹੈ, ਮੁੜ ਕੇ ਆਪਣੀ ਟੀਮ ਨਾਲ ਬੈਠੇ ਹਾਂ ਤੇ ਉਹ ਤੁਸੀਂ ਸੈਨੀਟਾਈਜ਼ ਦਾ ਪ੍ਰਬੰਧ ਕੀਤਾ। ਕਿ ਉਹ ਸੈਨੀਟਾਈਜ਼ ਜਦੋਂ ਤੁਸੀਂ ਕਰਨ ਲੱਗਦੇ ਹੋ ਜਿਹੜੀ ਮੈਡੀਸਨ ਹੈ ਉਹ ਕਿਸੇ ਵੀ ਮਸ਼ੀਨ ਵਿੱਚ ਪਾ ਕੇ ਕੀਤੀ ਜਾ ਸਕਦੀ ਹੈ, ਕੋਈ ਢੋਲੀ ਲੈ ਲਓ ਜਾਂ ਕੁਝ ਵੀ ਕਰ ਲਓ? ਨਹੀਂ, ਇਹ ਨਾ ਜੀ ਵੈਸੇ ਤਾਂ ਦੇਖਿਆ ਜਾਵੇ ਜਿਹੜੀ ਇੱਕ ਮੈਂ ਹੋਰ ਗੱਲ ਦੱਸਣੀ ਚਾਹੁੰਦਾ ਵੀ ਜਿਹੜੀ ਸਾਡੀ ਸਪਰੇਅ ਐਪਲੀਕੇਸ਼ਨ ਟੈਕਨੋਲੋਜੀ ਹੈ ਨਾ ਜੀ ਉਹ ਆਪਣੇ ਹਿੰਦੁਸਤਾਨ 'ਚ ਬਹੁਤ ਜ਼ਿਆਦਾ ਪੂਅਰ ਆ। ਕੋਈ ਵੀ ਚੀਜ਼ ਨੂੰ ਸਪਰੇਅ ਕਰਨਾ ਕਿੰਨੀ ਮਾਤਰਾ ਕਿੰਨੇ ਡ੍ਰੌਪਲੇਟ ਸਾਈਜ਼ ਦੇ ਵਿੱਚ ਕਦੋਂ ਤੇ ਕਦੋਂ ਦੇਣੀ ਆ ਉਹ ਆਪਾਂ ਲੋਕਾਂ ਨੂੰ ਸਮਝਾਉਣ ਦੇ ਵਿੱਚ ਜਾਂ ਕਿਤੋਂ ਕਹਿ ਲਓ ਵੀ ਆਪਾਂ ਬਹੁਤ ਵੱਡੀ ਇੱਕ ਕਮੀ ਰਹੀ ਆ। ਹੁਣ ਜੇ ਤੁਸੀਂ ਚਾਹੋ ਤਾਂ ਵੀ ਜੇ ਇਹ ਮੈਂ ਮਸ਼ੀਨ ਮੈਂ ਕਿਉਂ ਮੇਰੇ ਦਿਮਾਗ 'ਚ ਜੋ ਫੁਰਨਾ ਜਾਂ ਜੋ ਮੇਰੇ ਸੋਚ ਮੇਰੇ ਦਿਮਾਗ 'ਚ ਗੁਰੂ ਮਹਾਰਾਜ ਨੇ ਪਾਈ ਵੀ ਮੈਂ ਇਹੀ ਮਸ਼ੀਨ ਕਿਉਂ ਦਿੱਤੀ, ਕਿਉਂਕਿ ਇਹ ਤਾਂ ਮੇਰੀ ਮਸ਼ੀਨ ਬਾਹਰ ਜਾਣੀ ਸੀ। ਮੇਰੇ ਕੋਲ ਇਹ ਤੋਂ ਇਲਾਵਾ ਹੋਰ ਮਸ਼ੀਨਾਂ ਬਹੁਤ ਖੜੀਆਂ ਸੀਗੀਆਂ, ਮੈਂ ਉਹ ਕਿਉਂ ਨਹੀਂ ਲਾਈਆਂ? ਕਾਰਨ ਕੀ ਆ ਵੀ ਹਰ ਜੋ ਟਾਰਗੇਟ ਜਿਹਨੂੰ ਅਸੀਂ ਕਵਰ ਕਰਨਾ ਜੋ ਕਿਸੇ ਚੀਜ਼ ਦੇ ਉੱਤੇ ਅਸੀਂ ਸਪਰੇਅ ਕਰਨੀ ਉਹਦੇ ਲਈ ਅਲੱਗ ਤਰੀਕੇ ਦਾ ਪੰਪ ਆ, ਅਲੱਗ ਤਰੀਕੇ ਦਾ ਸਪਰੇਅਰ ਆ, ਅਲੱਗ ਤਰੀਕੇ ਦੀ ਨੋਜ਼ਲ ਆ। ਅੱਛਾ, ਹਰ ਚੀਜ਼ ਦਾ ਇੱਕ ਵੱਖੋ ਵੱਖਰਾ ਵੀ ਬਾਗਾਂ 'ਚ ਕਰਨੀ ਵੱਖਰੀ, ਖੇਤਾਂ 'ਚ ਕਰਨੀ ਵੱਖਰੀ। ਬਿਲਕੁਲ, ਈਵਨ ਤੁਸੀਂ ਪੰਪ ਸਾਰੇ ਪਾਸੇ ਨਹੀਂ ਕਰ ਸਕਦਾ। ਈਵਨ ਤੁਸੀਂ ਕਹੋ ਜੀ ਹਰ ਫਸਲ ਦੇ ਲਈ ਅਲੱਗ-ਅਲੱਗ ਨੋਜ਼ਲ ਹੁੰਦੀ ਆ, ਅਲੱਗ-ਅਲੱਗ ਪ੍ਰੈਸ਼ਰ ਹੁੰਦਾ ਵਾ ਵੀ ਤਾਂ ਜੋ ਵੀ ਉਹ ਜਾ ਕੇ ਆਪਣਾ ਅਸਰ ਕਰੇ। ਹੁਣ
ਪਰ ਇਹ ਗੱਲਾਂ ਕਿਸਾਨਾਂ ਨੂੰ ਤੁਸੀਂ ਕਿਉਂ ਨਹੀਂ ਦੱਸਦੇ ਜੀ, ਜਿਹੜੀਆਂ ਮੇਰੇ ਕੋਲ ਸਟੂਡੀਓ 'ਚ ਦੱਸ ਰਹੇ ਹੋ? ਬਿਲਕੁਲ ਜੀ, ਅਸੀਂ ਕਿਸਾਨਾਂ ਨੂੰ ਜੀ 2010 ਦੇ ਵਿੱਚੋਂ ਅਸੀਂ ਇਹ ਜਦੋਂ ਵੱਡੀਆਂ ਮਸ਼ੀਨਾਂ ਦਾ ਕਾਰਜ ਸੰਭਾਲਿਆ ਆਪਣੇ ਪਿਤਾ ਜੀ ਤੋਂ ਕੰਮ ਫੜ ਕੇ, ਤੇ ਅਸੀਂ ਉਸ ਦਿਨ ਤੋਂ ਹੀ ਲੱਗੇ ਹੋਏ ਹਾਂ ਲੋਕਾਂ ਨੂੰ ਦੱਸਣ ਦੇ ਵਿੱਚ, ਕਿਉਂਕਿ ਜੇ ਪਹਿਲਾਂ ਇਨਫੋਰਮੇਸ਼ਨ ਫਸਟ, ਮੈਂ ਸਮਝਦਾ ਵੀ ਜੇ ਫਸਟ ਇਨਫੋਰਮੇਸ਼ਨ ਬੰਦੇ ਨੂੰ ਹੈ ਵੀ ਇਹ ਚੀਜ਼ ਕਿਉਂ ਖਰੀਦੇ, ਉਹ ਕੋਈ ਚੀਜ਼ ਅਗਰ ਕੋਈ ਬੰਦਾ ਖਰੀਦ ਰਿਹਾ ਵੀ ਉਹ ਕਿਉਂ ਖਰੀਦੇ, ਚਾਹੇ ਐਸਾ ਹੈ ਕੀ ਚੀਜ਼, ਜਾਂ ਤਾਂ ਉਹ ਬਹੁਤ ਸੋਹਣੀ ਹੋਵੇ, ਬੰਦਾ ਕਹਿੰਦਾ ਸੋਹਣੀ ਚੀਜ਼ ਆ ਘਰੇ ਲੈ ਚੱਲੀਏ, ਘਰੇ ਤੁਸੀਂ ਲੈ ਕੇ ਜਾਓ, ਜਾ ਕੇ ਚੱਲੇ ਨਾ, ਤਾਂ ਫਿਰ ਉਹਦੇ ਵਿੱਚ ਕੀ ਹੋਊਗਾ, ਅਗਲਾ ਕਹੂਗਾ 2 ਗਾਲਾਂ ਹੀ ਕੱਢੂਗਾ ਬੰਦਾ। ਕਹਿਣ ਦਾ ਭਾਵ ਕੀ ਆ ਵੀ ਉਹਦੇ ਵਿੱਚ ਲਿਆਕਤ ਤੇ ਅਕਲ ਵੀ ਹੋਣੀ ਜ਼ਰੂਰੀ ਆ। ਤੇ ਅਸੀਂ ਉਸ ਤੇ ਚੀਜ਼ ਦੇ ਲਈ ਵੀ ਜੇ ਮੈਨੂੰ ਲੱਗਿਆ ਵੀ ਆਪਾਂ ਇੱਕ ਚੀਜ਼ ਬਣਾਉਣੀ ਹੈ, ਦੂਸਰੀਆਂ ਮੁਲਕਾਂ ਦੇ ਵਿੱਚ ਤਾਂ ਬਹੁਤ ਸੋਹਣੀ ਚੀਜ਼ਾਂ ਚੱਲ ਰਹੀਆਂ, ਉਹ ਲੋਕਾਂ ਦੀ ਨੌਲੇਜ ਇੰਨੀ ਆ ਵੀ ਜੇ ਮੈਂ ਪੰਜਾਬ ਦੇ ਆਪਣੇ ਜ਼ਿਮੀਂਦਾਰਾਂ ਨੂੰ, ਕਿਸਾਨ ਭਰਾਵਾਂ ਨੂੰ ਚੀਜ਼ ਲਿਆ ਕੇ ਦਿੰਨਾ ਤਾਂ ਬੜੀ ਬਹੁਤ ਮਹਿੰਗੀ ਪੈਂਦੀ ਸੀ, ਤੇ ਜੇ ਉਹਨੂੰ ਮੈਂ ਇੱਥੇ ਡਿਵੈਲਪ ਕਰਦਾ, ਠੀਕ ਆ ਕੁਛ ਹੱਦ ਤੱਕ ਮਹਿੰਗੀ ਪੈਂਦੀ ਆ, ਕਿਉਂਕਿ ਉਹਦੇ ਵਿੱਚ ਕੱਲਾ ਪੁਰਜਾ, ਛੋਟੇ ਤੋਂ ਛੋਟਾ, ਵੱਡੇ ਤੋਂ ਵੱਡਾ, ਹਰ ਚੀਜ਼ ਦੀ ਆਪਣੀ ਮਹੱਤਤਾ ਵਾ। ਅੱਛਾ, ਹੁਣ ਉਸ ਚੀਜ਼ ਛੋਟੇ ਪੁਰਜੇ ਨੂੰ, ਜਿਵੇਂ ਹੁਣ ਆਪਾਂ ਇੱਕ ਨੋਜ਼ਲ ਲੈ ਲਓ, ਬੜੀ ਛੋਟੀ ਜਿਹੀ ਨੋਜ਼ਲ ਹੁੰਦੀ ਆ, ਹੁਣ ਉਹ ਅਮਰੀਕਨ ਕੰਪਨੀਜ਼ ਹੈਗੀਆਂ ਨੇ, ਜਰਮਨ ਦੀਆਂ ਕੰਪਨੀਜ਼ ਹੈਗੀਆਂ ਨੇ, ਸਾਡੇ ਇੱਥੇ ਇੱਕ NTM ਨੋਜ਼ਲ ਨੇ, ਮੇਰੇ ਸਾਰੇ ਕਿਸਾਨ ਭਰਾ ਜਾਣਦੇ ਹੋਣਗੇ, NTM ਨੋਜ਼ਲ ਆਉਂਦੀ ਆ 30 ਤੋਂ 35 ਰੁਪਏ ਦੀ ਅੱਜ ਦੀ ਡੇਟ 'ਚ ਵੀ। ਉਹ ਪਿੱਤਲ ਦੀ ਨੋਜ਼ਲ ਨੂੰ ਦੇਖ ਕੇ ਉਹਦੇ ਨਾਲ ਹਰ ਤਰੀਕੇ ਨਾਲ ਸਪਰੇਅ ਕਰ ਦਿੰਦੇ ਨੇ, ਉਹਦਾ ਡ੍ਰੌਪਲੇਟ ਸਾਈਜ਼ ਕੀ ਆ ਕੀ ਨਹੀਂ ਹੈ। ਅੱਛਾ, ਇਹ ਵੀ ਦੇਖਣਾ ਪੈਂਦਾ ਆ। ਬਿਲਕੁਲ। ਹੁਣ ਦਵਾਈਆਂ ਇੰਨੇ ਤਰੀਕੇ ਦੀਆਂ, ਹੁਣ ਕੈਮੀਕਲ ਬਾਰੇ ਤੁਸੀਂ ਹੁਣ ਜਿਵੇਂ ਤੁਹਾਡਾ ਹਾਈਪੋਕਲੋਰਾਈਡ ਦੇ ਉੱਤੇ ਆਪਾਂ ਗੱਲ ਕਰ ਰਹੇ ਸੀ COVID-19 ਦੇ, ਵੀ ਮੈਂ ਕਿਉਂ ਪੜ੍ਹਿਆ ਉਹਨੂੰ, ਹੁਣ ਆਪਾਂ ਇਦਾਂ ਤਾਂ ਛਿੜਕ ਨਹੀਂ ਸਕਦੇ। ਮੈਂ ਉਹੀ ਤੁਹਾਨੂੰ ਦੱਸ ਰਿਹਾ ਸੀਗਾ, ਮੈਂ ਆਪਣੀ ਗੱਲ ਤੇ ਵਿਸ਼ੇ ਤੇ, ਉਸ ਵਿਸ਼ੇ ਤੇ ਵਾਪਸ ਆ ਰਿਹਾ ਵੀ ਜਿਹੜੀ ਅਸੀਂ ਟਰਨੇਡੋ ਫੋਰਸ ਦੀ ਜਿਹੜੀ ਮਸ਼ੀਨ ਲਾਈ ਸੀ, ਤੇ ਉਹ ਮਸ਼ੀਨ ਦੇ ਵਿੱਚ ਕੀ ਸੀਗਾ ਵੀ ਉਹ ਇੱਕ ਬਲਾਸਟ ਕਰਦੀ ਆ। ਟਰਨੇਡੋ ਦੀ ਚਰਚਾ ਕਾਫੀ ਰਹੀ ਹੈ ਪੰਜਾਬ 'ਚ, ਹਾਂਜੀ, ਹੈ ਨਾ, ਕਾਫੀ ਚਰਚਾ ਦਾ ਵਿਸ਼ਾ ਬਣੀ ਰਹੀ ਹੈ, ਔਰ ਹਰ ਕੋਈ ਮੇਰੇ ਖਿਆਲ ਕੋਈ ਲੀਡਰ ਹੈ, ਜੇ ਕੋਈ ਜ਼ੋਰ ਪੈਂਦਾ ਤੇ ਉਹ ਵੀ ਕਹਿੰਦਾ ਮੈਂ ਆਪਣੇ ਕੋਲ ਲੈ ਜਾਵਾਂ, ਤੇ ਜੇ ਕੋਈ ਸਮਾਜ ਸੇਵੀ ਸੰਸਥਾਵਾਂ ਉਹਨਾਂ ਦਾ ਜ਼ੋਰ ਪੈਂਦਾ ਹੈ ਤੇ ਅਸੀਂ ਅਕਾਲ ਚੈਨਲ ਵੱਲੋਂ ਵੀ ਫਿਰ ਆਪਣਾ ਜ਼ੋਰ ਪਾ ਲੈਂਦੇ ਹਾਂ। ਪਰ ਇੱਥੇ ਦੋਸਤੋ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਵਾਂ, ਬੜੇ ਹੈਰਾਨ ਹੋਵੋਗੇ ਤੁਸੀਂ, ਅਸੀਂ ਜ਼ਰੂਰ ਵੀਰਾਂ ਦੇ ਉੱਪਰ ਇਸ ਗੱਲ ਦੀ ਬੇਨਤੀ ਕੀਤੀ, ਪਿਆਰ ਦਾ ਪ੍ਰੈਸ਼ਰ ਵੀ ਪਾਇਆ, ਕਿਉਂਕਿ ਕਈ ਵਾਰੀ ਜਦੋਂ ਪਿਆਰ ਹੋਵੇ ਤੇ ਸਿਆਣੇ ਕਹਿੰਦੇ ਕੰਮ ਰੋਹਬ ਨਾਲ ਵੀ ਲਿਆ ਜਾਂਦਾ, ਔਰ ਅਸੀਂ ਬਿਲਕੁਲ ਪਿਆਰ ਵਾਲਾ ਰੋਹਬ ਇਹਨਾਂ ਦੇ ਉੱਪਰ ਪਾਇਆ। ਪਰ ਅਸੀਂ ਇਹਨਾਂ ਨੂੰ ਇੱਕ ਬੇਨਤੀ ਕੀਤੀ ਸੀ ਵੀ ਸਾਡੇ ਮਨ ਦੇ ਵਿੱਚ ਖਿਆਲ ਹੈ ਵੀ ਜਿਹੜੇ ਸਾਡੇ ਗੁਰੂ ਘਰ ਨੇ, ਗੁਰੂ ਸਾਹਿਬਾਨਾਂ ਦੀ ਚਰਨ ਛੋਹ ਪ੍ਰਾਪਤ ਅਸਥਾਨ ਨੇ, ਇਤਿਹਾਸਕ ਅਸਥਾਨ ਨੇ, ਕਿਉਂਕਿ ਦੋਸਤੋ ਮੈਂ ਬੜੀ ਖੁੱਲ੍ਹ ਕੇ ਗੱਲ ਕਰਦਾ ਵਾਂ, ਅੱਗੇ ਵੀ ਅਕਸਰ ਤੁਸੀਂ ਸਾਨੂੰ ਸੁਣਦੇ ਹੋ, ਉੱਲਾ ਪੜਦਾ ਲੁਕ ਲੁਕਾ ਸਤ ਹੋਣੇ ਨਹੀਂ, ਬੜੀਆਂ ਗੱਲਾਂ ਕਲੀਅਰ ਜਿਹੀਆਂ ਹੋਣਗੀਆਂ, ਕਿਉਂਕਿ ਲੰਮੇ ਸਮੇਂ ਤੋਂ ਜਦੋਂ ਤੋਂ COVID-19 ਦੀ ਗੱਲ ਚੱਲਦੀ ਹੈ, ਸਿੱਖਾਂ ਨੂੰ ਹੀ ਨਿਸ਼ਾਨਾ ਬਣਾਇਆ ਗਿਆ। ਉਹ ਭਾਵੇਂ ਮੇਰੇ NRI ਭਰਾ ਨੇ, ਉਹ ਭਾਵੇਂ ਪਠਲਾਵੇ ਵਾਲਾ ਮਾਮਲਾ ਹੈ, ਉਹ ਭਾਵੇਂ ਭਾਈ ਨਿਰਮਲ ਸਿੰਘ ਜੀ ਵਾਲਾ ਮਾਮਲਾ ਹੈ, ਤੇ ਉਹ ਭਾਵੇਂ ਹਜ਼ੂਰ ਸਾਹਿਬ ਤੋਂ ਆਈ ਹੋਈ ਸੰਗਤ ਵਾਲਾ ਮਾਮਲਾ ਹੈ, ਵੀ ਜਿਹੜੀ ਹਰਿਆਣੇ ਦੇ ਵਿੱਚ ਸੰਗਤ ਹੈ ਉਹ ਨੈਗੇਟਿਵ ਹੈ, ਜਿਹੜੀ ਪੰਜਾਬ ਵਾਲੀ ਉਹ ਪੋਜ਼ਿਟਿਵ ਹੋ ਗਈ, ਹੱਦ ਹੋ ਗਈ ਹੈ। ਸੋ ਇਸ ਕਰਕੇ ਮਨ 'ਚ ਖਿਆਲ ਆਇਆ ਵੀ ਅਸੀਂ ਆਪਣੇ ਵੱਲੋਂ ਯਤਨ ਕਰਾਂਗੇ ਵੀ ਅਸੀਂ ਐਸਾ ਕੋਈ ਮੌਕਾ ਨਹੀਂ ਦਿਆਂਗੇ ਜਿਹਦੇ ਨਾਲ ਜਿਹੜੇ ਵੀ ਸੱਜਣ ਸ਼ਰਾਰਤੀ ਅਨਸਰ ਨੇ ਉਹਨਾਂ ਨੂੰ ਕੋਈ ਮੌਕਾ ਮਿਲੇ। ਮਨ 'ਚ ਖਿਆਲ ਆਇਆ ਵੀ ਜਿਹੜੇ ਸਾਡੇ ਗੁਰੂ ਅਸਥਾਨ ਨੇ, ਖਾਸ ਕਰਕੇ ਸਾਡੇ ਪੰਜਾਬ ਦੇ ਅੰਦਰ 3 ਤਖਤ ਨੇ, ਭਾਵੇਂ ਸਿੱਖਾਂ ਦੇ 5 ਤਖਤ ਨੇ, ਪਰ 3 ਤਖਤ ਨੇ ਪੰਜਾਬ ਦੇ ਅੰਦਰ। ਜੇ ਗੱਲ ਕਰੀਏ ਤਖਤ ਸ੍ਰੀ ਅਕਾਲ ਤਖਤ ਸਾਹਿਬ, ਤਖਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ, ਤਖਤ ਸ੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਦੀ ਧਰਤੀ ਤੇ, ਮਨ 'ਚ ਖਿਆਲ ਆਇਆ ਵੀ ਕਿਉਂ ਨਾ ਅਸੀਂ ਇਹਨਾਂ 3 ਤਖਤਾਂ ਦੀ ਪਹਿਲ ਦੇ ਆਧਾਰ ਦੇ ਉੱਪਰ ਸੇਵਾ ਨਿਭਾਈਏ, ਕਿਉਂਕਿ ਸੰਗਤ ਬਹੁਤਾਤ ਤਖਤਾਂ ਦੇ ਉੱਪਰ ਜਾਂਦੀ ਹੈ। ਦਰਬਾਰ ਸਾਹਿਬ ਕਿੰਨੀ ਸੰਗਤ ਜਾਂਦੀ ਹੈ, ਇਹਨਾਂ ਦਿਨਾਂ ਦੇ ਵਿੱਚ ਵੀ ਸੰਗਤ ਜਾ ਰਹੀ ਹੈ। ਸਭ ਤੋਂ ਪਹਿਲਾਂ ਅਸੀਂ ਕਾਰਜ ਉੱਥੋਂ ਆਰੰਭਿਆ, ਵੀਰਾਂ ਨੂੰ ਬੇਨਤੀ ਕੀਤੀ ਵੀ ਸਾਡੇ ਸਹਿਯੋਗੀ ਬਣੋ, ਇੱਕ ਤੇ ਇੱਕ 2 ਨਹੀਂ, ਇੱਕ ਤੇ ਇੱਕ 11 ਬਣਦੇ ਆ। ਸਾਡੀ ਪੂਰੀ ਟੀਮ ਦਾ ਜੋ ਸਲਾਹ ਸੀ ਵੀਰਾਂ ਦੇ ਅੱਗੇ ਰੱਖੀ, ਇਹਨਾਂ ਨੇ ਹੱਥ ਜੋੜ ਕੇ ਪ੍ਰਵਾਨਗੀ ਦੇ ਕੇ ਇਹ ਗੱਲ ਕਹਿ ਦਿੱਤੀ ਸੀ, ਕਹਿਣ ਲੱਗੇ ਮੈਂ ਬੜਾ ਖੁਸ਼ਕਿਸਮਤ ਹੋਵਾਂਗਾ ਕਿ ਜੇ ਸਾਡੀਆਂ ਬਣਾਈਆਂ ਹੋਈਆਂ ਮਸ਼ੀਨਾਂ ਗੁਰੂ ਘਰ ਦੇ ਵਿੱਚ ਆਪਣੀਆਂ ਸੇਵਾਵਾਂ ਦੇਣਗੀਆਂ ਤੇ ਸਾਡਾ ਵੀ ਜਨਮ ਸਫਲਾ ਹੋਵੇਗਾ। ਉਹ ਕਾਰਜ ਅਸੀਂ ਪਹਿਲਾਂ ਤਖਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਆਪਣੀਆਂ ਸੇਵਾਵਾਂ ਨਿਭਾਈਆਂ, ਅੰਮ੍ਰਿਤਸਰ ਸ਼ਹਿਰ ਦੇ ਅੰਦਰ ਜੋ ਮੇਰੇ ਗੁਰੂਆਂ ਦਾ ਵਸਾਇਆ ਹੋਇਆ ਨਗਰ। ਉਸ ਤੋਂ ਬਾਅਦ ਅਸੀਂ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੀ ਧਰਤੀ ਦੇ ਉੱਪਰ ਆਏ ਤੇ ਸਾਨੂੰ ਬੜਾ ਪਿਆਰਾ ਨਿਉਤਾ ਦਿੱਤਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਹੋਰਾਂ ਨੇ, ਤੇ ਅਸੀਂ ਉਹਨਾਂ ਦੇ ਨਿਉਤੇ ਨੂੰ ਪ੍ਰਵਾਨਦੇ ਹੋਏ ਜਦੋਂ ਉੱਥੇ ਆਪਣੇ ਸੇਵਾ ਕੀਤੀ। ਹੁਣ ਸ਼ਾਇਦ ਦੋਸਤੋ 1-2 ਦਿਨਾਂ ਤੱਕ ਤੁਸੀਂ ਦੇਖੋਗੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਦੀ ਧਰਤੀ ਤੇ ਅਸੀਂ ਆਪਣਾਂਗੇ। ਸੋ ਮੈਂ ਸਿਰਫ ਇੱਕ ਚੀਜ਼ ਦੱਸਣ ਲੱਗਾ ਮੈਂ ਕਿ ਵੀਰਾਂ ਨੇ ਸਮਾਂ ਵੀ ਦਿੱਤਾ, ਆਪਣੀਆਂ ਮਸ਼ੀਨਾਂ ਵੀ ਦਿੱਤੀਆਂ, ਤੇ ਉਹਦੇ ਉੱਪਰ ਦਿਮਾਗ ਵੀ ਲਾਇਆ ਵੀ ਸਾਨੂੰ ਕੀ ਚਾਹੀਦਾ ਹੈ।
ਤੇ ਇੱਕ ਗੱਲ ਇਹਨਾਂ ਨੇ ਬੜੀ ਗਜ਼ਬ ਦੀ ਜਿਹੜੀ ਕਹੀ ਆ ਉਹ ਤੁਹਾਡੇ ਨਾਲ ਜ਼ਰੂਰ ਮੈਂ ਸਾਂਝੀ ਕਰਦੇ ਹਾਂ ਤੇ ਮੈਂ ਚਾਹਾਂਗਾ ਉਸ ਵਿਸ਼ੇ ਤੇ ਥੋੜਾ ਜਿਹਾ ਅਸੀਂ ਖੁੱਲ੍ਹ ਕੇ ਵੀ ਬੋਲੀਏ ਕਿ ਇੱਕ ਇਹਨਾਂ ਵੱਲੋਂ ਜ਼ਿਕਰ ਆਇਆ ਵੀ ਸਪਰੇਅ ਵਾਸਤੇ ਕਿਹੜੀ ਫਸਲ ਹੈ ਉਹਨੂੰ ਕਿਵੇਂ ਸਪਰੇਅ ਕਰਨੀ ਹੈ, ਕਿਹੜੀ ਨੋਜ਼ਲ ਲੱਗਣੀ ਹੈ। ਕਹਿੰਦੇ ਇਹ ਚੀਜ਼ਾਂ ਬੜੀਆਂ ਜ਼ਰੂਰੀ ਨੇ। ਆਓ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਵੀਰ ਜੀ, ਜਿਵੇਂ ਤੁਸੀਂ ਇਹ ਗੱਲਬਾਤ ਕਰਦੇ ਸੀ ਔਰ ਮੇਰੇ ਮਨ ਦੇ ਵਿੱਚ ਖਿਆਲ ਆਇਆ ਵੀ ਇੱਕ ਮਨ ਦਾ ਪ੍ਰਸ਼ਨ ਸੀ ਵੀ ਸੈਨੀਟਾਈਜ਼ ਕਿਸੇ ਵੀ ਮਸ਼ੀਨ ਨਾਲ ਕੀਤਾ ਜਾ ਸਕਦਾ ਹੈ ਤੇ ਮੇਰੇ ਖਿਆਲ ਦੇ ਵਿੱਚ ਇਹਦਾ ਜਵਾਬ ਬੜਾ ਸਿੱਧਾ ਜਿਹਾ ਹੋਵੇਗਾ ਤੁਹਾਡੇ ਵੱਲੋਂ ਵੀ ਜੇ ਕਿਸੇ ਵੀ ਮਸ਼ੀਨ ਨਾਲ ਕੀਤਾ ਜਾਂਦਾ ਹੁੰਦਾ ਤਾਂ ਤੁਹਾਨੂੰ 7.5 ਲੱਖ ਰੁਪਈਆ ਲਾ ਕੇ ਟਰਨਾਡੋ ਜਿਹੜੀ ਹੈ ਉਹ ਤਿਆਰ ਕਰਨ ਦੀ ਜ਼ਰੂਰਤ ਨਾ ਪੈਂਦੀ। ਇਹਦਾ ਮਤਲਬ ਕਿ ਜਿਹੜਾ ਕੰਮ ਟਰਨਾਡੋ ਨੇ ਕਰਨਾ ਹੈ, ਕਿਉਂਕਿ ਅਸੀਂ ਤਾਂ ਨਾਲ ਜਾ ਕੇ ਦੇਖ ਲਿਆ ਨਾ, ਉਹ ਕੰਮ ਹੋਰ ਕਿਸੇ ਕੋਲੋਂ ਨਹੀਂ ਹੋਣਾ। ਬਿਲਕੁਲ, ਜਿਹੜਾ ਕੰਮ ਅੰਦਰਲੇ ਪਾਸੇ ਜਾ ਕੇ ਟੈਂਕੀਆਂ ਨਾਲ ਹੋਣਾ ਉਹਨਾਂ ਨਾਲ ਹੋਣਾ। ਪਰ ਉਹਦੇ ਵਿੱਚ ਕੀ ਐਸਾ ਹੁੰਦਾ ਹੈ ਵੀ ਸਪੈਸ਼ਲ ਮਸ਼ੀਨ ਹੁੰਦੀ ਹੈ ਵੀ ਜਾਂ ਉਹਦੇ ਵਿੱਚ ਕੋਈ ਮਿਸ਼ਰਣ ਬਣਦਾ, ਕੀ ਹੁੰਦਾ ਕੀ ਹੈ? ਇੱਦਾਂ ਜੀ, ਜਿਵੇਂ ਮਸ਼ੀਨਰੀ ਹੈ, ਕੋਈ ਵੀ ਚੀਜ਼ ਹੈ ਨੇ ਇਹ ਓਵਰਨਾਈਟ ਨਹੀਂ ਬਣੀ ਜੀ ਮਸ਼ੀਨ ਕੋਈ ਵੀ। ਹਾਂ, ਇਹ ਕਿ ਵੀ ਜ਼ਿਮੀਦਾਰ ਕਿਸਾਨ ਜਾਂ ਕੋਈ ਬਾਗ ਬਗੀਚੇ ਵਾਲਾ ਜਿਵੇਂ ਕੋਈ ਮਸ਼ੀਨ ਆ ਉਹਦੇ ਨਾਲ ਬੈਠ ਕੇ ਉਹਨਾਂ ਵਾਰਤਾਲਾਪਾਂ ਕਰਕੇ ਉਹਦੀ ਲੋੜ ਕੀ ਆ, ਉਹਨੂੰ ਚਾਹੀਦਾ ਕੀ ਆ, ਹਾਂ, ਉਹ ਚੀਜ਼ਾਂ ਸਮਝ ਕੇ ਹੌਲੀ ਹੌਲੀ ਇਹ ਚੀਜ਼ਾਂ ਤਿਆਰ ਹੋਈਆਂ ਜੀ। ਹੁਣ ਇਹ ਇੱਦਾਂ ਕਰਦੇ ਕਰਦੇ ਸਾਡੇ ਕੋਲ 32 ਤਰ੍ਹਾਂ ਦੀਆਂ ਮਸ਼ੀਨਾਂ ਅਸੀਂ ਤਿਆਰ ਕਰਦੇ ਹਾਂ। ਹਾਂ, ਜਿਹੜੀਆਂ ਅਲੱਗ-ਅਲੱਗ ਫਸਲਾਂ, ਅਲੱਗ-ਅਲੱਗ ਮੁਲਕਾਂ, ਅਲੱਗ-ਅਲੱਗ ਜ਼ਿਲ੍ਹਿਆਂ, ਅਲੱਗ-ਅਲੱਗ ਸਟੇਟਾਂ ਦੇ ਵਿੱਚ ਜਾਂਦੀਆਂ। ਜਿਹੜੀ ਚੀਜ਼ ਅਫਰੀਕਾ ਚੱਲ ਗਈ ਉਹ ਇੱਥੇ ਨਹੀਂ ਚੱਲ ਸਕਦੀ। ਅੱਛਾ ਜੀ। ਜਿਹੜੀ ਪੰਜਾਬ 'ਚ ਚੱਲ ਰਹੀ ਆ ਉਹ ਜਾ ਕੇ ਕੰਨਿਆ ਕੁਮਾਰੀ ਨਹੀਂ ਚੱਲ ਸਕਦੀ। ਜਿਹੜੀ ਮਹਾਰਾਸ਼ਟਰ ਵਾਲੀ ਆ ਉਹ ਹਰਿਆਣੇ ਨਹੀਂ ਚੱਲ ਸਕਦੀ। ਕਹਿਣ ਦਾ ਭਾਵ ਗਿਆ ਵੀ ਹਰੇਕ ਦੀ ਐਗਰੋਨੋਮਿਕ ਜੋ ਪ੍ਰੈਕਟਿਸ ਹੁੰਦੀ ਹੈ ਜਾਂ ਖੇਤੀ ਕਰਨ ਦਾ ਜਿਹੜਾ ਢੰਗ ਤਰੀਕਾ ਹਰ ਏਰੀਆ ਦਾ ਵੱਖਰਾ ਹੁੰਦਾ ਤੇ ਹਰੇਕ ਫਸਲ ਜਿਹੜੀ ਹੁੰਦੀ ਆ, ਕੋਈ ਛੋਟੀ ਆ, ਕੋਈ ਵੱਡੀ ਆ, ਕਿਸੇ ਦੇ ਵਿੱਚ ਗੈਪ ਨੇ, ਠੀਕ ਹੈ ਨਾ, ਕੋਈ ਆਪਣੇ ਬਾਗ ਨੇ, ਬਾਗਾਂ ਦੇ ਵਿੱਚ ਵੀ ਕਈ ਤਰੀਕੇ ਦੀਆਂ ਕਿਸਮਾਂ ਨੇ। ਅਸੀਂ ਸਾਨੂੰ ਕੀ ਚਾਹੀਦਾ? ਸਾਨੂੰ ਇਹ ਚਾਹੀਦਾ ਵੀ ਇਹਦੇ ਵਿੱਚ ਇੱਕ ਕੀੜਾ ਲੱਗਿਆ ਜਾਂ ਇਹਦੇ ਵਿੱਚ ਕੋਈ ਬਿਮਾਰੀ ਲੱਗੀ ਆ, ਉਹ ਬਿਮਾਰੀ ਨੂੰ ਖਤਮ ਕਿੱਦਾਂ ਕਰਨਾ। ਕੈਮੀਕਲ ਕੰਪਨੀ ਕਹਿੰਦੀ ਆ ਵੀ ਆਹ ਕੈਮੀਕਲ ਜੇ ਇੱਥੇ ਤੁਹਾਡੀ ਟੱਚ ਹੋ ਜਾਂਦੀ ਆ ਤਾਂ ਤੁਹਾਡਾ ਮਤਲਬ ਜਿਹੜੀ ਬਿਮਾਰੀ ਆ ਮਰ ਜੂਗੀ। ਹੁਣ ਉਹਨੂੰ ਪਹੁੰਚਾਉਣ ਦਾ ਤਰੀਕਾ ਇੱਕ ਇੰਜੀਨੀਅਰ ਬੰਦੇ ਦਾ, ਮੈਂ ਮਕੈਨੀਕਲ ਇੰਜੀਨੀਅਰ ਆ ਤੇ ਮੈਂ ਇੱਕ ਮਸ਼ੀਨਰੀ ਤਿਆਰ ਕਰਨੀ ਆ ਵੀ ਜਿਹੜਾ ਉਹ ਕੈਮੀਕਲ ਨੂੰ ਪੂਰਾ ਪ੍ਰੋਪਰ ਘੋਲ ਕੇ ਉਸ ਟਾਰਗੇਟ ਤੇ ਪਹੁੰਚਾ ਦੇਵੇ। ਹੁਣ ਉਹਦੇ ਲਈ ਮੈਂ ਜੇ ਇੱਕ ਹੀ ਮਸ਼ੀਨ ਬਣਾ ਕੇ ਮੈਂ ਡੋਂਡੀ ਪਿੱਟੀ ਜਾਈਏ ਵੀ ਨਹੀਂ ਇੱਕ ਹੀ ਮਸ਼ੀਨ ਹੈਗੀ ਜੀ ਇਹਦੇ ਨਾਲ ਆਪਾਂ ਸਾਰਾ ਕੁਝ ਕਰ ਦਈਏ ਤਾਂ ਉਹ ਬਹੁਤ ਗਲਤ ਆ। ਇਸ ਕਰਕੇ ਵੀ ਅਸੀਂ ਜੋ ਆਪਣੀ ਹੋਂਦ ਕਾਇਮ ਕੀਤੀ ਆ ਤਾਂ ਅਸੀਂ ਇਹੀ ਆਪਣੇ ਬਜ਼ੁਰਗਾਂ ਤੋਂ ਜੋ ਸਿੱਖਿਆ ਵਾ। ਮੇਰੀ ਪਾਸੀ ਪਰਿਵਾਰ ਦੀ ਤੀਜੀ ਪੀੜ੍ਹੀ ਆ ਜੀ। ਅੱਛਾ ਜੀ। ਚੌਥੀ ਤਿਆਰ ਹੋ ਰਹੀ ਹੈ ਅੱਗੇ ਤੇ ਜੋ ਇਸ ਕੰਮ ਦੇ ਵਿੱਚ ਅੱਗੇ ਆਊਗੀ ਹੋਰ। ਅਸੀਂ ਇਹੀ ਚੀਜ਼ ਦੇ ਉੱਤੇ ਆਪਣਾ ਰੱਖਿਆ ਵਾ ਵੀ ਜੋ ਸਪਰੇਅ ਐਪਲੀਕੇਸ਼ਨ ਜੋ ਕਰਨ ਦਾ ਤਰੀਕਾ ਉਹ ਲੋਕਾਂ ਨੂੰ ਸਮਝਾਇਆ ਜਾਵੇ। ਜੇ ਉਹ ਸਮਝਣਗੇ ਤਾਂ ਕਰਨਗੇ। ਗੱਲ ਕੀਤੀ ਹੈ ਵੀ ਕਿਸਾਨਾਂ ਦੇ ਨਾਲ ਹੁਣ ਬੂਟੇ ਦੇ ਉੱਪਰ ਕਿੰਨੀ ਸਪਰੇਅ ਚਾਹੀਦੀ ਹੈ। ਹੁਣ ਕਈ ਵਾਰੀ ਹੁੰਦਾ ਜੀ ਬੂਟਾ ਨਵਾ ਹੀ ਦਿੰਦੇ ਆ, ਉਹ ਸਾਰੀ ਜ਼ਮੀਨ ਦੇ ਵਿੱਚ ਜ਼ਹਿਰ ਚਲਾ ਗਿਆ, ਚਾਹੀਦਾ ਸੀ ਉਹਦੇ ਪੱਤਿਆਂ ਦੇ ਉੱਪਰ। ਬਿਲਕੁਲ। ਤੇ ਉਹ ਅਸੀਂ ਭੇਜ ਦਿੱਤਾ ਜ਼ਮੀਨ ਦੇ ਅੰਦਰ। ਤੁਹਾਨੂੰ ਕੀ ਲੱਗਦਾ ਪਿਆ ਵੀ ਇੱਥੇ ਵੀ ਤੁਹਾਡੀ ਟੈਕਨੋਲੋਜੀ ਕੰਮ ਕਰਦੀ ਹੈ? ਮੈਂ ਜੀ ਤੁਸੀਂ ਇਹ ਬਹੁਤ ਹੀ ਮਤਲਬ ਵਧੀਆ ਸਵਾਲ ਤੁਸੀਂ ਪੁੱਛਿਆ। ਮੈਂ ਤੇ ਹੁਣ 2 ਮਿੰਟ ਲਵਾਂਗਾ ਤੁਹਾਡੇ ਵੀ ਇੱਕ WHO ਦੀ ਰਿਪੋਰਟ ਆਈ ਸੀ 2007 ਦੇ ਵਿੱਚ 1 ਸਤੰਬਰ ਦੀ, ਅੱਜ ਵੀ ਆਨਲਾਈਨ ਆਓ। ਉਹਦੇ ਵਿੱਚ ਲਿਖਿਆ ਸੀਗਾ ਵਾਟ ਇਜ਼ ਦਾ ਮੇਜਰ ਕਾਜ਼ ਆਫ ਕੈਂਸਰ ਇਨ ਬਠਿੰਡਾ। ਹਾਂ, ਬਠਿੰਡੇ ਦੇ ਵਿੱਚ ਵੀ ਕੈਂਸਰ ਦਾ ਕਾਰਨ ਕੀ ਸੀ। ਤੇ ਮੈਂ ਇਦਾਂ ਹੀ ਜਿਵੇਂ ਇੰਟਰਨੈਟ ਸਰਫਿੰਗ ਕਰਦੇ ਕਰਦੇ ਪੜ੍ਹਨ ਦਾ ਮੈਨੂੰ ਕੋਈ ਚੀਜ਼ ਇੰਟਰਸਟਿੰਗ ਲੱਗਦੀ ਮੈਂ ਪੜ੍ਹ ਲੈਣਾ। ਉੱਦਾਂ ਮੈਂ ਕਿਤਾਬਾਂ ਨਹੀਂ ਪੜ੍ਹਦਾ ਪਰ ਕੰਪਿਊਟਰ ਤੇ ਪੜ੍ਹਦਾ। ਤੇ ਜਦੋਂ ਪੜ੍ਹੀ ਤਾਂ ਮੇਰੇ ਨਾ ਬੜੀ ਦਿਲ ਨੂੰ ਛੂ ਗਈ ਉਹ ਗੱਲ। ਉਹਦੇ ਵਿੱਚ ਇੱਕ ਪੂਰਾ ਨਿਚੋੜ ਲਿਖਿਆ ਸੀਗਾ ਤੇ ਉਹਦੇ ਵਿੱਚ ਕਈ ਸਾਇੰਸਦਾਨ ਸੀਗੇ, ਕਈ ਇੰਜੀਨੀਅਰ ਸੀਗੇ ਉਹਦੇ ਵਿੱਚ ਜਿਨ੍ਹਾਂ ਨੇ ਕੱਢਿਆ ਸੀਗਾ ਦਾ ਓਵਰ ਯੂਜੇਜ ਆਫ ਪੈਸਟੀਸਾਈਡ ਬਾਈ ਦਾ ਰੋਂਗ ਟੂਲਸ। ਮਤਲਬ ਵੀ ਤੁਸੀਂ ਬਹੁਤ ਮਾਤਰਾ 'ਚ ਪੈਸਟੀਸਾਈਡ ਯੂਜ਼ ਕੀਤਾ ਪਰ ਗਲਤ ਸੰਦਾਂ ਨਾਲ। ਹਾਂ, ਇੱਕ ਬੜਾ ਹੀ ਇੱਕ ਲਾਈਨ ਦੇ ਵਿੱਚ ਉਹਦਾ ਮੋਰਲ ਕੱਢਿਆ ਹੋਇਆ ਸੀ, ਨਿਚੋੜ ਕੱਢਿਆ ਹੋਇਆ ਸੀ। ਤੇ ਮੈਂ ਉਸ ਲਾਈਨ ਨੂੰ ਲੈ ਕੇ ਮੈਂ 2 ਰਾਤਾਂ ਮੈਂ ਸੋਚੀ ਗਿਆ ਵੀ ਇਹਨਾਂ ਨੇ ਓਵਰਡੂਜ਼ ਤਾਂ ਮੈਨੂੰ ਸਮਝ ਲੱਗ ਗਈ, ਇਹ ਰੋਂਗ ਟੂਲ ਕੀ ਕਿਹਾ ਇਹਨਾਂ ਨੇ। ਹੁਣ ਟੂਲ ਜਿਹੜਾ ਸੰਦ ਆ ਉਹਨੂੰ ਆਪਾਂ ਇੱਕ ਕਿਹਾ ਜਾਂਦਾ ਵੀ ਜਿਵੇਂ ਕੋਈ ਥੌੜੀ ਹੋ ਗਈ, ਇੱਕ ਪੇਚਕਸ ਹੋ ਗਿਆ, ਇੱਕ ਪਾਨਾ ਹੋ ਗਿਆ, ਇਹਨੂੰ ਟੂਲ ਗਿਣਿਆ ਜਾਂਦਾ ਨਾਰਮਲ ਭਾਸ਼ਾ ਦੇ ਵਿੱਚ। ਤੇ ਫਿਰ ਮੈਂ ਬਹੁਤ ਹੀ ਹੋਰ ਗਹਿਰਾਈ 'ਚ ਗਿਆ ਵੀ ਜਿਹੜੇ ਸਾਡੇ ਇੰਪਲੀਮੈਂਟ ਨੇ ਇਹਨਾਂ ਨੇ ਉਹਨੂੰ ਲਿਖਿਆ ਟੂਲ। ਹੁਣ ਇੱਕ ਨੈਪਸੈਕ ਸਪਰੇਅਰ ਆ 16 ਲੀਟਰ ਦਾ, ਇੱਕ ਨਾਰਮਲ ਜਿਹਨੂੰ ਪੰਜਾਬ ਦੇ ਵਿੱਚ ਢੋਲੀ ਕਿਹਾ ਜਾਂਦਾ। ਹਾਂਜੀ। ਉਹ ਇੱਕ ਪੈਠ ਵਾਲੀ ਢੋਲੀ ਨੂੰ ਲੈ ਕੇ ਬੰਦਾ ਜ਼ਿਮੀਦਾਰ ਜਾਂ ਕਿਸਾਨ ਜਾਂ ਕੋਈ ਮਜ਼ਦੂਰ ਸਪਰੇਅ ਕਰਦਾ ਰਹਿੰਦਾ। ਹੁਣ ਉਹ ਕਿੰਨਾ ਕੁ ਕਰੂਗਾ ਉਹਦੇ ਨਾਲ। ਹੁਣ ਉਹਦੇ ਵਿੱਚ ਕੀ ਹੈ ਵੀ ਹੁਣ ਮਿਸ਼ਰਣ ਆ, ਹੁਣ ਜਿਹੜੀ ਕੈਮੀਕਲ ਕੰਪਨੀ ਨੇ ਮਿਸ਼ਰਣ ਦਿੱਤਾ ਉਹ ਕਹਿੰਦੇ ਵੀ ਸਾਡਾ 1 ਲੀਟਰ ਦੇ ਵਿੱਚ 10 ml ਡੋਜ਼ ਪੈਣੀ ਚਾਹੀਦੀ ਆ ਜਾਂ 1 ਲੀਟਰ ਦੇ ਵਿੱਚ ਸਾਡੀ 50 ml ਡੋਜ਼ ਪੈਣੀ ਚਾਹੀਦੀ ਆ। ਹੁਣ ਉਹ 19 ਡੋਜ਼ ਪਾ ਕੇ ਤੁਸੀਂ ਸਪਰੇਅ ਕਰਨੀ ਆ। ਹੁਣ ਮਜ਼ਦੂਰ ਦਾ ਕੀ ਹੁੰਦਾ ਵੀ ਉਹਨੂੰ ਇੱਕ ਠੇਕਾ ਦਿੱਤਾ ਜਾਂਦਾ ਸ਼ੁਰੂ ਤੋਂ ਹੀ ਵੀ ਇਹ ਯਾਰ ਕੈਮੀਕਲ ਆ ਵੀ ਕਿਉਂਕਿ ਆਪਣੇ ਆਪ ਤੇ ਨਾ ਪਵੇ। ਜਿਹੜਾ ਕੁਝ ਵੱਡਾ ਕਿਸਾਨ ਆ ਉਹ ਥੱਲੇ ਮਜ਼ਦੂਰ ਰੱਖਦਾ, ਜਿਹੜਾ ਛੋਟਾ ਕਿਸਾਨ ਉਹ ਆਪ ਕਰਦਾ।
ਹੁਣ ਉਹ ਜਲਦੀ ਜਿਹੜਾ ਛੋਟਾ ਕਿਸਾਨ ਆ ਉਹ ਤਾਂ ਸਹੀ ਤਰੀਕੇ ਨਾਲ ਕਰ ਲੂ, ਬਟ ਜਿਹੜਾ ਵੱਡਾ ਕਿਸਾਨ ਆ ਉਹਨੇ ਤਾਂ ਮਜ਼ਦੂਰਾਂ ਨਾਲ ਐਡਾ ਵੱਡਾ 100 ਏਕੜ ਦਾ ਖੇਤ ਕਿੱਦਾਂ ਕਰੂਗਾ। ਤੇ ਉਹਨੇ ਕੀ ਕੀਤਾ ਵੀ ਉਹਦੇ ਵਿੱਚ ਦਵਾਈ ਪਾਈ ਉਦਾਂ ਹੀ, ਤੇ ਉਹਦਾ ਕੀ ਕੀਤਾ ਮੂਹਰੇ ਸਰਾਖ ਖੋਲ ਲਏ, ਨੋਜ਼ਲ ਦੇ ਸਰਾਖ ਨੂੰ ਟੈਂਪਰਡ ਕਰਕੇ ਖੋਲ ਲਏ ਵੀ ਵੱਧ ਤੋਂ ਵੱਧ ਪਾਣੀ ਨਿਕਲੂ ਤਾਂ ਉੱਡਾ ਉਹਨੂੰ ਠੇਕਾ ਮਿਲੂਗਾ। ਉਸ ਟਾਈਮ ਜਦੋਂ ਇਹ ਕੰਮ ਢੋਲੀ ਜਾਂਦੀ ਹੋਣੀ ਬਿਲਕੁਲ, ਹੁਣ ਉਸ ਟਾਈਮ ਇੱਕ ਗਿਆਨ ਦੀ ਲੋੜ ਸੀ, ਉਸ ਟਾਈਮ ਲੋਕਾਂ ਨੂੰ ਸਿੱਖਿਆ ਦੇਣ ਦੀ ਲੋੜ ਸੀ, ਜਿੱਥੇ ਮੈਂ ਸਮਝਦਾ ਵੀ ਅਸੀਂ ਖੁੰਝ ਗਏ ਉਸ ਚੀਜ਼ ਤੋਂ। ਉਸ ਟਾਈਮ ਚਾਹੇ ਉਹ ਸਰਕਾਰਾਂ ਦੀਆਂ ਕਮੀਆਂ ਰਹੀਆਂ ਹੋਣ, ਚਾਹੇ ਉਹ ਕਿਸੇ ਸਾਡੇ ਮੈਨੂਫੈਕਚਰ ਭਰਾਵਾਂ ਦੀਆਂ ਉਹਨਾਂ ਟਾਈਮਾਂ ਦੀਆਂ ਕਮੀਆਂ ਰਹੀਆਂ ਨੇ, ਪਰ ਉਹ ਕਮੀ ਰਹੀ ਆ ਕਿਸੇ ਤਰੀਕੇ ਨਾਲ। ਉਹਦੇ ਨਾਲ ਕੀ ਹੋਇਆ ਵੀ ਹਰ ਬੰਦਾ ਸਪਰੇਅ ਕਰਦਾ ਗਿਆ। ਹੁਣ ਜਦੋਂ ਡ੍ਰੌਪਲੇਟ ਸਾਈਜ਼ ਆਈ, ਜਿਹੜਾ ਜਿਵੇਂ ਹੁਣ ਤੁਸੀਂ ਇੱਕ ਸਵਾਲ ਪੁੱਛਿਆ ਸੀਗਾ ਵੀ ਇੱਕ ਬੂਟੇ ਤੇ ਕਿੰਨੀ ਦਵਾਈ ਜਾਣੀ ਚਾਹੀਦੀ ਆ, ਹੁਣ ਇੱਕ ਬੂਟੇ ਤੇ ਦਵਾਈ ਉਨੀ ਜਾਣੀ ਚਾਹੀਦੀ ਹੈ ਜਿਹੜੀ ਉਹਦੇ ਪੱਤਿਆਂ ਤੇ ਟਿਕ ਕੇ ਰਹਿ ਜਾਵੇ ਤੇ ਇਕੱਠੀ ਹੋ ਕੇ ਥੱਲੇ ਨਾ ਡਿੱਗੇ। ਹੁਣ ਅਸੀਂ ਅੱਗ ਬੁਝਾਊ ਯੰਤਰਾਂ ਵਾਂਗੂ ਦੂਜੇ ਟਰੈਕਟਰ ਵਾਲੇ ਪੰਪਾਂ ਨਾਲ ਸਪਰੇਅ ਕਰ ਰਹੇ ਹਾਂ ਅੱਜ ਦੀ ਡੇਟ ਦੇ ਵਿੱਚ ਜੀ, ਠੀਕ ਹੈ ਨਾ। ਹੁਣ ਉਹਦੇ ਵਿੱਚ ਕਿੰਨਾ ਪ੍ਰੈਸ਼ਰ ਆ ਰਿਹਾ, ਤੇ ਫਾਰਮਰ ਦੇ ਜਾਂ ਕਿਸਾਨ ਦੇ ਦਿਮਾਗ 'ਚ ਇੱਕ ਚੀਜ਼ ਆਉਂਦੀ ਆ ਵੀ ਇਹਦੇ ਵਿੱਚ ਨਾ ਧੂੰਆਂ ਬਣਨਾ ਚਾਹੀਦਾ। ਉਹ ਧੂਏ ਦੀ ਕੋਈ ਵੈਲਿਊ ਤਾਂ ਹੋਊ, ਕੋਈ 50 ਮਾਈਕਰੋਨ, 100 ਮਾਈਕਰੋਨ, 150 ਮਾਈਕਰੋਨ, 200 ਮਾਈਕਰੋਨ ਜਾਂ 500 ਮਾਈਕਰੋਨ। ਧੂੰਆਂ ਕੀ ਆ? ਧੂੰਆਂ ਕਿੱਦਾਂ ਮਾਈਕਰੋਨ ਕਿਸੇ ਨੂੰ ਪਤਾ। ਹੁਣ ਉਹ ਟੈਕਨੀਕਲੀ ਇੱਕ ਮੈਨੂਫੈਕਚਰਰ ਦੀ ਜ਼ਿੰਮੇਵਾਰੀ ਹੈ, ਇੱਕ ਸੰਦ ਬਣਾਉਣ ਵਾਲੇ ਦੀ ਜ਼ਿੰਮੇਵਾਰੀ ਆ ਵੀ ਉਹਦੀ ਮਸ਼ੀਨ ਉਹ ਚੀਜ਼ ਕੱਢੇ ਤਾਂ ਜੋ ਟਾਰਗੇਟ ਦੇ ਆ ਕੇ ਉਹ ਚਿਪਕੇ, ਰੁਕੇ, ਕੰਮ ਕਰੇ, ਅਸਰ ਕਰੇ, ਤੇ ਤਾਂ ਜੋ ਵੀ ਉਹਦੀ ਜਿਹੜਾ ਪੈਦਾਵਾਰ ਆ ਵਧੇ ਤੇ ਬਿਮਾਰੀ ਮਰੇ। ਹੁਣ ਉਹਨਾਂ ਟਾਈਮਾਂ ਦੀ ਉਹ ਜਿਹੜੀ ਕਮੀ ਸੀ, ਜੋ WHO ਦੀ ਰਿਪੋਰਟ ਤੋਂ ਅਸੀਂ ਦੇਖੀ ਸੀ ਉਸ ਟਾਈਮ ਮੈਂ ਜੋ ਪੜ੍ਹੀ, ਉਹ ਹੌਲੀ ਹੌਲੀ ਚੀਜ਼ ਨੂੰ ਜਦੋਂ ਮੈਂ ਖੋਜ ਕਰਦਾ ਗਿਆ ਮੈਂ ਦੇਖਿਆ ਵੀ ਇਹਨਾਂ 2010 'ਚ ਮੈਨੂੰ 3 ਸਾਲ ਲੱਗ ਗਏ ਉਸ ਚੀਜ਼ ਨੂੰ। ਗੁਰੂ ਮਹਾਰਾਜ ਨੇ 2010 ਦੇ ਵਿੱਚ ਫੇਰ ਆਹੀ ਇੱਦਾਂ ਹੀ ਕਿਰਪਾ ਕੀਤੀ ਵੀ ਯਾਰ ਨਹੀਂ ਵੀ ਜਗਤਜੀਤ ਸਿੰਘ ਵੀ ਆਪਾਂ ਨਾ ਕੋਈ ਵੱਡੀ ਮਸ਼ੀਨ ਬਣਾ ਦੂੰ, ਇਹ ਛੋਟੇ ਪੰਪਾਂ ਨਾਲ ਗੱਲ ਨਹੀਂ ਬਣਨੀ। ਤੇ ਮੈਂ ਆਪਣੇ ਵੱਡੇ ਭਾਈ ਸਾਹਿਬ ਨੂੰ ਸੁਖਪਾਲਵੀਰ ਸਿੰਘ ਪਾਸੀ ਨਾਲ ਮੈਂ ਸਲਾਹ ਕੀਤੀ, ਤੇ ਉਹ ਕਹਿੰਦਾ ਵੀ ਚੱਲ ਛੋਟੇ ਭਰਾ ਵੀ ਆਪਾਂ ਬਣਾਉਣੇ ਆ। ਤੇ ਅਸੀਂ ਇੱਕ ਮਸ਼ੀਨ ਬਣਾ ਕੇ ਅਸੀਂ ਪ੍ਰਗਤੀ ਮੈਦਾਨ 'ਚ ਰੱਖਤੀ। ਉੱਥੇ ਮੈਂ 14 ਦਿਨ ਦਾ ਉਹ ਮੇਲਾ ਸੀ, ਤੇ ਉੱਥੇ ਲੱਖਾਂ ਲੋਕ ਉੱਥੇ ਆਉਂਦੇ, ਇੱਕ ਦਿਨ 'ਚ 4 ਲੱਖ ਬੰਦਾ ਆਉਂਦਾ ਸੀ। ਮੈਂ ਲੋਕਾਂ ਦੇ ਨਾ ਬਸ ਵਿਚਾਰ ਲਿਖੀ ਜਾਂਦਾ ਸੀ ਵਿਜ਼ਟਰ ਬੁੱਕ ਤੇ, ਇਹ ਭਰਦਾ ਸੀ ਇਹਦੇ ਕੀ ਵਿਊ ਨੇ, ਇਹ ਬੰਦਾ ਕਿੱਥੋਂ ਆਇਆ। ਉਹ ਚੀਜ਼ ਨੂੰ ਐਨਾਲਾਈਜ਼ ਕੀਤਾ, ਤੇ ਫਿਰ ਮੈਂ ਸਮਝਿਆ ਵੀ ਇੱਥੇ ਨਾ ਬਹੁਤ ਵੱਡਾ ਗੈਪ ਆ। ਮੈਂ ਸਮਝਦਾ ਵੀ ਇਕੱਲਾ ਕਿਤੇ ਪੰਜਾਬ ਦੇ ਵਿੱਚ ਗੈਪ ਆ, ਮੈਂ ਦੇਖਿਆ ਪੂਰੇ ਹਿੰਦੁਸਤਾਨ 'ਚ ਹੀ ਗੈਪ ਆ। ਤੇ ਜਦੋਂ ਦੇਖਿਆ ਵੀ ਜੇ ਗ੍ਰੀਨ ਰੈਵੋਲੂਸ਼ਨ ਪੰਜਾਬ ਲੈ ਕੇ ਆਉਣ ਵਾਲਾ, ਤੇ ਪੰਜਾਬ ਵਾਲਿਆਂ ਦਾ ਹੀ ਆਹ ਹਾਲ ਆ, ਆਪਣੇ ਭਰਾਵਾਂ ਦਾ ਸਾਰਿਆਂ ਦਾ, ਤਾਂ ਬਾਹਰ ਤਾਂ ਅਸੀਂ ਕੀ ਜਾਵਾਂਗੇ ਵੀ ਉਹਨਾਂ ਨੂੰ ਤਾਂ ਕੀ, ਉਹਨਾਂ ਦੇ ਬਾਰੇ ਤਾਂ ਕੀ ਸੋਚੀਏ। ਫਿਰ ਅਸੀਂ ਉੱਥੋਂ ਇਹ ਚੀਜ਼ ਨੂੰ ਬਣਾਉਣਾ ਸ਼ੁਰੂ ਕੀਤਾ, ਤੇ ਫਿਰ ਸਾਡੇ ਕੋਲ ਇੱਕ ਅਮਰੀਕਾ ਦੀ ਕੰਪਨੀ ਜੁੜੀ, ਫਿਰ ਸਾਡੇ ਕੋਲ ਇੱਕ ਜਰਮਨ ਦੀ, ਫਿਰ ਇੱਕ ਇਟਲੀ ਦੀ ਕੰਪਨੀ ਜੁੜੀ। ਤੇ ਜਦੋਂ ਮੈਂ ਉਹਨਾਂ ਨਾਲ ਇਹ ਗੱਲਾਂ ਕਰਦਾ ਸੀ ਤਾਂ ਉਹ ਮੈਨੂੰ ਸਾਹਮਣੇ ਇਹ ਗੱਲ ਕਹਿੰਦੇ ਸੀਗੇ, ਕਹਿੰਦੇ ਵੀ ਜਿਹੜੇ ਤੂੰ ਸਾਨੂੰ ਸਵਾਲ ਕਰ ਰਿਹਾ ਵੀ ਅਸੀਂ ਅੱਜ ਤੋਂ 10-10 ਸਾਲ ਪਹਿਲਾਂ ਤੁਹਾਡੇ ਦੇਸ਼ 'ਚ ਆ ਕੇ ਥੱਕ ਕੇ ਵਾਪਸ ਜਾ ਚੁੱਕੇ ਹਾਂ। ਅੱਛਾ, ਵੀ ਸਾਨੂੰ ਕੋਈ ਬੰਦਾ ਨਹੀਂ ਮਿਲਿਆ। ਮੈਂ ਕਿਹਾ ਜੀ ਵੀ ਜਿਹੜਾ ਸਾਡੇ ਨਾਲ ਅੱਗੇ ਤੁਰੇ, ਕਿਉਂ ਵੀ ਸਾਡਾ ਪ੍ਰੋਡਕਟ ਮਹਿੰਗਾ, ਵੀ ਜਿਹੜੀ ਤੁਹਾਡੀ ਨੋਜ਼ਲ ਉੱਥੇ 30-35 ਰੁਪਏ ਦੀ, ਸਾਡੀ 300-400 ਤੋਂ ਸ਼ੁਰੂ ਹੁੰਦੀ ਆ। ਤੇ ਤੁਹਾਡੇ ਬੰਦੇ ਕਹਿੰਦੇ ਨੇ ਵੀ ਇਹ ਇਹਦਾ ਵੇਟ ਤਾਂ ਕੁਛ ਨਹੀਂ, ਵਜਨ ਤਾਂ ਕੁਛ ਨਹੀਂ ਇਹਦਾ, ਉਹ 400 ਰੁਪਏ ਕਾਹਦਾ ਮੰਗਦੇ ਆ ਸਾਤੋਂ। ਅੱਛਾ, ਤੇ ਹੁਣ ਉਹਦੀ ਗੱਲ ਉਹੀ ਉੱਥੇ ਆ ਗਈ ਵੀ ਜਿਹੜੀ ਉਹਦੀ ਤਕਨੀਕ ਆ, ਉਹ ਤਕਨੀਕ ਦਾ ਮੁੱਲ ਆ, ਤੇ ਉਹ ਅਸੀਂ ਵੇਟ ਨਾਲ ਹੀ ਤੋਲੀ ਜਾਂਦੇ ਆ। ਬਿਲਕੁਲ। ਤੇ ਮੈਂ ਉਹਨਾਂ ਨੂੰ ਫਿਰ ਇੱਕ ਹੀ ਗੱਲ ਕਹੀ, ਮੈਂ ਕਿਹਾ ਜੀ ਕੋਈ ਗੱਲ ਨਹੀਂ, ਮੈਂ ਖਰੀਦੂੰਗਾ, ਮੈਨੂੰ ਦਿਓ, ਮੈਨੂੰ ਨੌਲੇਜ ਦਿਓ ਸਰ ਨੂੰ ਪਹਿਲਾਂ ਵੀ ਜਿਹੜੀ ਤੁਸੀਂ ਚੀਜ਼ ਕਹਿੰਦੇ ਹੋ। ਤੇ ਪਹਿਲਾਂ ਉਹਨਾਂ ਨੇ ਮੈਨੂੰ ਥੋੜਾ ਲਾਈਟਲੀ ਲਿਆ, ਪਰ ਜਦੋਂ ਮੈਂ ਪਿੱਛੇ ਹੀ ਨਹੀਂ ਹਟਿਆ ਉਹਨਾਂ ਦੇ, ਫਿਰ ਉਹਨਾਂ ਦੀ ਜਿਵੇਂ ਪੂਰੀ ਜਿਹੜੀ ਸਾਈਟ ਆ, ਬੜੀ ਬੋਰਿੰਗ ਜੀ ਸਾਈਟ ਹੈ ਇੱਕ ਕੰਪਨੀ ਦੀ, TZ ਟੈਕਨੋਲੋਜੀ ਕੰਪਨੀ ਆ, ਵਰਲਡ ਦੀ ਸਾਰਿਆਂ ਨਾਲੋਂ ਵੱਡੀ ਕੰਪਨੀ ਆ ਸਪਰੇ ਐਪਲੀਕੇਸ਼ਨ ਟੈਕਨੋਲੋਜੀ ਦੀ। ਤੇ ਉਹ springsystems.com ਤੇ ਮੈਂ ਜੇ tz.com ਤੇ ਜਾ ਕੇ ਦੇਖਿਆ ਨਾ, ਬੜੀ ਆਮ ਤੁਸੀਂ ਵੀ ਦੇਖੋਗੇ ਯਾਰ ਬੜੀ ਲਿਟਰੇਚਰ ਆ, ਕੀ ਪੜੋਗੇ ਇਹਦੇ ਵਿੱਚ, ਬੰਦਾ ਬੋਰ ਹੋ ਜਾਂਦਾ। ਬਟ ਉਹ ਉਸ ਟਾਈਮ ਮੇਰੇ ਲਈ ਉਹ ਬੜੀ ਇੰਟਰਸਟਿੰਗ ਸੀ। ਮੈਂ ਪੂਰਾ ਪੜ੍ਹ ਕੇ ਸਮਝ ਕੇ ਸਾਰਾ ਕੁਝ ਕਰਕੇ ਜੋ ਮੈਨੂੰ ਚੀਜ਼ਾਂ ਚਾਹੀਦੀਆਂ ਸੀਗੀਆਂ ਉਹ ਮੈਨੂੰ ਉਹਦੇ ਵਿੱਚੋਂ ਮਿਲੀਆਂ। ਮੈਂ ਮਿਲ ਕੇ ਤੇ ਮੈਂ ਉਹਨਾਂ ਨੂੰ ਕਾਲ ਲਾਈ, ਈਮੇਲ ਕੀਤੀ ਵੀ ਮੈਂ ਸ਼ਿਕਾਗੋ ਇਲੀਨੋਇਸ ਆਉਣਾ ਚਾਹੁੰਦਾ, ਤੇ ਉਹ ਇੱਥੇ ਆ ਗਏ। ਇੱਥੇ ਕੋਈ ਐਗਜ਼ੀਬਿਸ਼ਨ ਤੇ ਆਉਣਾ ਸੀ ਉਹਨਾਂ ਨੇ। ਅਸੀਂ ਉੱਥੇ ਮੁਲਾਕਾਤ ਹੋਈ ਤੇ ਉਹ ਕਹਿੰਦੇ ਵੀ ਆਹੀ, ਫਿਰ ਉਹਨਾਂ ਨੇ ਗੱਲ ਕਹੀ ਵੀ ਇਹ ਥੋੜਾ ਜਿਹਾ ਉਬਾਲ ਜਿਹਾ ਉੱਠਦਾ ਤੁਹਾਡੇ ਬੰਦਿਆਂ ਦਾ, ਤੇ ਉਦੋਂ ਬਹਿ ਜਾਂਦੇ ਨੇ। ਮੈਂ ਕਿਹਾ ਜੀ ਜੇ ਵੀ ਜਗਤਜੀਤ ਸਿੰਘ ਨਹੀਂ ਹੈ ਇੱਦਾਂ ਦਾ ਵੀ ਇੱਕ ਵਾਰ ਉਬਲਿਆ ਤਾਂ ਫਿਰ ਚੰਗੀ ਤਰ੍ਹਾਂ ਹੀ ਉਬਲੂ, ਚਾਹ ਬਣਾ ਕੇ ਹੀ ਛੱਡਾਂਗੇ। ਤੇ ਅਸੀਂ ਫਿਰ ਉੱਥੇ ਜਦੋਂ ਅਸੀਂ ਗਏ ਜੀ, ਤੇ ਉਹਨਾਂ ਨਾਲ ਗੱਲ, ਮੈਂ ਕਿਹਾ ਜੀ ਤੁਸੀਂ, ਮੈਂ ਇੱਕ ਗੱਲ, ਮੈਨੂੰ ਇੱਕ ਸ਼ਰਤ ਆ ਮੇਰੀ, ਮੈਂ ਤੁਹਾਡੇ ਨਾਲ ਕੰਮ ਕਰੂੰਗਾ ਵੀ ਮੈਨੂੰ ਤੁਸੀਂ ਨੌਲੇਜ ਦਿਓ। ਮੈਂ ਹੈਗਾ ਮਕੈਨੀਕਲ ਇੰਜੀਨੀਅਰ, ਮੈਂ ਸਾਇੰਸਦਾਨ ਨਹੀਂ। ਮੈਂ ਸਮਝਦਾ ਤੁਹਾਡੇ ਇਹਦੇ ਵਿੱਚ, ਕਿਉਂਕਿ ਸਪਰੇਅ ਜਿਹੜੀ ਹੈਗੀ ਇਹ ਸਾਇੰਸ ਵੀ ਆ ਤੇ ਇੰਜੀਨੀਅਰਿੰਗ ਵੀ ਆ। ਸਾਇੰਸ ਤੁਸੀਂ ਮੈਨੂੰ ਸਮਝਾ ਦਿਓ ਕੀ ਆ, ਮੇਰਾ ਇੰਟਰਸਟ ਬਣ ਗਿਆ ਇਸ ਚੀਜ਼ ਦੇ ਉੱਤੇ, ਤੇ ਵੀ ਮੇਰੇ ਪੰਜਾਬ ਨੂੰ ਇਹਦੀ ਬਹੁਤ ਵੱਡੀ ਲੋੜ ਆ, ਤੇ ਪੰਜਾਬ ਸਾਰੇ ਹਿੰਦੁਸਤਾਨ ਨੂੰ ਪਾਲਦਾ, ਦੱਸਦਾ ਇੰਜੀਨੀਅਰਿੰਗ ਦੇ ਵਿੱਚ ਨੰਬਰ 1 ਆ, ਤੇ ਜੇ ਇੱਥੋਂ ਕੋਈ ਚੀਜ਼ ਆਊਗਾ ਪੂਰੇ ਦੇਸ਼ ਵਿਦੇਸ਼ ਦੇ ਵਿੱਚ ਵੀ ਜਾਊਗੀ ਜੀ। ਤਾਂ ਉਹਨਾਂ ਨੇ ਮੇਰੀ ਗੱਲ ਨਾਲ ਸਹਿਮਤੀ ਪ੍ਰਗਟਾਈ। ਪਹਿਲੀ ਸਾਡੇ ਕੋਲ ਉਹਨਾਂ ਨੇ ਇੱਕ ਛੋਟਾ ਜਿਹਾ ਡੱਬਾ ਸਾਨੂੰ ਉਹਨਾਂ ਨੇ ਬਣਾ ਕੇ ਭੇਜਿਆ, ਜੋ ਮੈਨੂੰ ਚਾਹੀਦਾ, ਨੋਜ਼ਲਾਂ ਆਈਆਂ ਉਹਦੇ ਵਿੱਚ। ਉਹ ਨੋਜ਼ਲਾਂ ਇੰਨਾ ਛੋਟਾ ਜਿਹਾ ਡੱਬਾ, ਜਾਣੀ ਕਿ ਤੁਸੀਂ ਕਹਿ ਲਓ 4 ਇੰਚ ਬਾਏ 4 ਇੰਚ ਦਾ ਡੱਬਾ, ਉਹ ਘੱਟੋ ਘੱਟ 10-12 ਹਜ਼ਾਰ ਦਾ ਸੀ।
ਅਸੀਂ ਲਿਆਂਦਾ ਤੇ ਜਦੋਂ ਅਸੀਂ ਖੋਲ ਕੇ ਦੇਖਿਆ ਮੈਂ ਕਿਹਾ 4 ਨੋਜ਼ਲਾਂ ਕੋਈ ਕਹਿ ਦੂਗਾ ਵੀ ਇੰਨੀਆਂ ਮਹਿੰਗੀਆਂ ਨੇ ਇਹ। ਅਸੀਂ ਲਾ ਕੇ ਜੀ ਪੂਰੀ ਮਸ਼ੀਨ ਤਿਆਰ ਕੀਤੀ ਉਹਦੇ ਪਿੱਛੇ। ਜਾਣ ਕਿ ਉਹ ਨੋਜ਼ਲਾਂ ਦਾ ਸਾਡੀਆਂ ਮਸ਼ੀਨਾਂ ਦੇ ਉੱਤੇ ਜੋ ਪਰਸੈਂਟੇਜ ਵਾਈਜ਼ ਜੇ ਦੇਖਿਆ ਜਾਵੇ ਤਾਂ ਸਿਰਫ 5 ਤੋਂ 10% ਉਹਨਾਂ ਦਾ ਹਿੱਸਾ ਰਹਿੰਦਾ, ਬਾਕੀ ਸਾਰਾ ਕੁਝ 90% ਅਸੀਂ ਬਣਾਉਂਦੇ ਆ ਜੀ। ਬਟ ਉਹਨਾਂ ਨੂੰ ਚਲਾਉਣ ਦੇ ਲਈ ਜੋ ਉਹਨੂੰ ਪਿੱਛੇ ਨੌਲੇਜ ਚਾਹੀਦੀ ਆ, ਜੋ ਇੱਕ ਪੰਪ ਆ, ਜੋ ਸਾਨੂੰ RPM ਚਾਹੀਦੇ ਨੇ, ਜਾਂ ਜੋ ਵੀ ਤਕਨੀਕੀ ਚੀਜ਼ਾਂ ਨੇ ਉਹ ਸਾਰੇ ਅਸੀਂ ਡਿਵੈਲਪ ਕਰਨੇ ਆ, ਤਾਂ ਹੀ ਉਹ ਕੰਮ ਕਰਨਗੀਆਂ। ਹੁਣ ਉਸ ਤੋਂ ਬਾਅਦ ਉਹਨਾਂ ਨੇ ਅਸੀਂ ਪੁੱਛਿਆ ਵੀ ਕਿੰਨੀਆਂ ਤਰ੍ਹਾਂ ਦੀਆਂ ਨੋਜ਼ਲਾਂ ਨੇ, ਉਹ ਕਹਿੰਦੇ ਸਾਡੇ ਕੋਲ ਨੋਜ਼ਲਾਂ ਹੈਗੀਆਂ 86,000 ਤਰ੍ਹਾਂ ਦੀਆਂ। 86,000 ਤਰ੍ਹਾਂ ਦੀਆਂ? 1000 ਤਰ੍ਹਾਂ ਦੀਆਂ। ਤੇ ਕਹਿੰਦੇ ਤੁਹਾਨੂੰ ਕਿਹੜੀਆਂ ਕਿੱਥੇ ਕੀ ਲੱਗਣੀਆਂ ਨੇ। ਤੇ ਐਗਰੀਕਲਚਰ ਸੈਕਟਰ ਦੇ ਵਿੱਚ ਮਤਲਬ ਉਹ ਹੋਰ ਹਰ ਦੁਨੀਆ ਦੀ ਹਰ ਨੋਜ਼ਲ ਕੰਪਨੀ ਬਣਾਉਂਦੀ ਆ। ਤੇ ਬਿਲਕੁਲ ਇਹ ਹੈਰਾਨੀ ਵਾਲੀ ਗੱਲ ਹੈ ਜੀ। ਤੇ ਜਦੋਂ ਅਸੀਂ ਦੇਖਿਆ ਵੀ ਅਸੀਂ ਇੱਕ NTM ਨੋਜ਼ਲ ਨਾਲ, ਜਿਹੜੀ ਪਿੱਤਲ ਦੀ ਸਾਡੀ ਇੱਕ ਛੋਟੀ ਜਿਹੀ NTM, ਉਹਦੇ ਨਾਲ ਹੀ ਸਾਰੀਆਂ ਸਪਰੇਆਂ ਕਰੀ ਜਾਂਦੇ ਆ, ਤੇ ਇੱਥੇ 86,000 ਰੁਪਈਆ ਨੇ। ਬਿਲਕੁਲ। ਹੁਣ ਇਹ ਇਸੇ ਚੀਜ਼ ਦੇ ਕਰਕੇ ਅਸੀਂ ਅਲੱਗ-ਅਲੱਗ ਸਾਨੂੰ ਇੰਪਲੀਮੈਂਟ ਬਣਾਉਣੇ ਪਏ। ਅਸੀਂ ਫਿਰ ਇੱਕੋ ਹੀ ਚੀਜ਼ ਬਣਾ ਲਿਆ ਵੀ ਜੋ ਅਸੀਂ ਫਿਰ ਜਿਹੜਾ ਸਾਡਾ ਬ੍ਰਾਂਡ ਬਣਾ ਲਿਆ, ਅਸੀਂ ਚਾਰਲੀ ਸਪਰੇਅਸ ਜੋ ਬਣਾ ਲਿਆ ਜਗਤ ਸੁੱਖ ਇੰਡਸਟਰੀ ਦੇ ਵਿੱਚ, ਅਸੀਂ ਕਿਹਾ ਵੀ ਆਪਾਂ ਕਿਸੇ ਪਾਸੇ ਦੇਖਣਾ ਹੀ ਨਹੀਂ ਹੋਰ, ਅਸੀਂ ਸਪਰੇਅ ਐਪਲੀਕੇਸ਼ਨ ਟੈਕਨੋਲੋਜੀ ਤੇ ਜੋ ਸਪਰੇਅ ਕਰਨ ਦੇ ਵਿੱਚ ਹੀ ਸੁਧਾਰ ਦੇ ਵਿੱਚ ਕੱਢਣਾ ਜੀ। ਸਾਡਾ ਪਰਿਵਾਰਕ ਕਾਰੋਬਾਰ ਹੋਰ ਬਹੁਤ ਹੈ ਵੀ ਅਸੀਂ ਇਸ ਕੰਪਨੀ ਨੂੰ ਉਹਦੇ ਵਿੱਚ ਹੀ ਰੱਖਣਾ, ਸੀ ਹੋਰ ਪਾਸੇ ਦੇਖਣਾ ਹੀ ਨਹੀਂ ਜੀ। ਤੇ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਅਸੀਂ ਕਾਫੀ ਹੱਦ ਤੱਕ ਕਾਮਯਾਬ ਵੀ ਹੋਏ। ਬਿਲਕੁਲ ਜੀ, ਮੈਨੂੰ ਤੁਹਾਡੀਆਂ ਜਗਜੀਤ ਦੀ ਗੱਲਾਂ ਤੋਂ ਕਾਫੀ ਗਿਆਨ ਮਿਲਿਆ। ਔਰ ਵਾਕਿਆ ਕਿ ਜੇ ਕਿਸਾਨ ਨੂੰ ਸਹੀ ਢੰਗ ਨਾਲ ਜਾਣਕਾਰੀ ਦਿੱਤੀ ਜਾਵੇ ਤੇ ਮੇਰੇ ਖਿਆਲ ਦੇ ਵਿੱਚ ਸਾਡੀ ਕਿਸਾਨੀ ਵਿੱਚ ਬਹੁਤ ਵੱਡੇ ਪੱਧਰ ਦਾ ਸੁਧਾਰ ਹੋ ਸਕਦਾ ਹੈ। ਬਿਲਕੁਲ। ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ। ਸੋ ਦੋਸਤੋ, ਤੁਹਾਡੇ ਨਾਲ ਇੱਕ ਛੋਟੀ ਜਿਹੀ ਗੱਲ ਲੱਗਾ ਮੈਂ ਕਰਨਾ। ਮੈਨੂੰ ਲੱਗਦਾ ਨਹੀਂ ਕਿ ਇੱਕ ਇੰਟਰਵਿਊ ਦੇ ਵਿੱਚ ਬਹੁਤ ਗੱਲਾਂ ਕੀਤੀਆਂ ਜਾਣਗੀਆਂ, ਕਿਉਂਕਿ ਇਹਨਾਂ ਨੇ ਇੱਕ ਸ਼ਬਦ ਵਰਤਿਆ ਸੀ ਕਿ WHO ਦੀ ਸਾਈਟ ਦੇ ਉੱਪਰ ਮੈਨੂੰ ਇੱਕ ਵਰਡ ਮਿਲਿਆ, ਰੋਂਗ ਟੂਲਸ, ਵੀ ਜਿਹੜੇ ਟੂਲ ਨੇ ਉਹ ਅਸੀਂ ਰੋਂਗ ਯੂਜ਼ ਕਰਦੇ ਪਏ ਹਾਂ। ਕਿ ਇਹਨਾਂ ਨੇ ਇੰਨੀ ਮਿਹਨਤ ਕਰਨ ਤੋਂ ਬਾਅਦ ਉਸ ਸ਼ਬਦ ਦੇ ਉੱਪਰ ਖੋਜ ਕਰਕੇ ਕਿ ਸੱਚਮੁੱਚ ਐਸੇ ਟੂਲਸ ਦਿੱਤੇ ਨੇ ਜੋ ਕਿਸਾਨ ਨੂੰ ਚਾਹੀਦੇ ਸੀ, ਤੇ ਉਹ ਦੇਣ ਤੋਂ ਬਾਅਦ ਕੋਈ ਕਿਸਾਨੀ ਦਾ ਸੁਧਾਰ ਹੋਇਆ? ਇਹ ਸਾਰੇ ਸਵਾਲ ਲੈ ਕੇ ਤੁਹਾਡੇ ਬੜੀ ਜਲਦੀ ਪੇਸ਼ ਹੋਵਾਂਗਾ। ਮੇਰੇ ਨਾਲ ਜਗਤਜੀਤ ਸਿੰਘ ਪਾਸੀ ਵੀਰ ਹੋਣਗੇ ਤੇ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਵੀਰ ਦੇ ਕੋਲੋਂ ਲਵਾਂਗੇ। ਸੋ ਆਪਣੇ ਸੇਵਕ ਹਰਪ੍ਰੀਤ ਸਿੰਘ ਮਖੂ ਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।